ਹੈਲੋ ਡੀਅਰ ਸਟੂਡੈਂਟਸ, ਵੈਲਕਮ ਟੂ ਮਾਈ YouTube ਚੈਨਲ ਜਿੰਦਲ ਕੈਮਿਸਟਰੀ ਕਲਾਸਿਸ। ਅੱਜ ਦੇ ਸੈਸ਼ਨ ਦੇ ਵਿੱਚ ਜੋ ਮੈਂ 2-3 ਦਿਨ ਪਹਿਲਾਂ ਆਪਣੇ ਟੈਲੀਗ੍ਰਾਮ ਚੈਨਲ ਹੈ ਨਾ ਦੈਟ ਇਜ਼ ਯੋਰ ਜਿੰਦਲ ਕੈਮਿਸਟਰੀ ਕਲਾਸਿਸ ਦੇ ਉੱਪਰ ਮੈਂ ਨੇਮਿੰਗ ਆਰਗੈਨਿਕ ਰਿਐਕਸ਼ਨਸ ਦੇ MCQs ਅਪਲੋਡ ਕੀਤੇ ਸੀ। ਅਗਰ ਤੁਸੀਂ ਜਿੰਦਲ ਕੈਮਿਸਟਰੀ ਕਲਾਸਿਸ ਟੈਲੀਗ੍ਰਾਮ ਚੈਨਲ ਤੇ ਜੁਆਇਨ ਨਹੀਂ ਕੀਤਾ ਤਾਂ ਉਸ ਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ और क्वेश्चन की PDF ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਉੱਪਰ ਹੀ ਮਿਲ ਜੇਗੀ। ਤਾਂ ਉਹ ਕੁਐਸਚਨਸ ਅਗਰ ਤੁਸੀਂ ਪ੍ਰੈਕਟਿਸ ਨਹੀਂ ਕੀਤੇ ਹੈ ਕੁਐਸਚਨਸ ਨੂੰ ਪ੍ਰੈਕਟਿਸ ਜ਼ਰੂਰ ਕਰ ਲਿਓ। ਬਹੁਤ ਅੱਛੇ ਕੁਐਸਚਨ ਸੀਗੇ ਨੇਮਿੰਗ ਰਿਐਕਸ਼ਨਸ ਦੇ ਉੱਪਰ। ਉਸ ਦਾ ਅੱਜ ਆਪਾਂ ਸੋਲੂਸ਼ਨ ਵੀਡੀਓ ਡਿਸਕਸ ਕਰਨਾ ਹੈ ਡਿਟੇਲ ਦੇ ਵਿੱਚ, ਹੈ ਨਾ। ਤਾਂ ਦੇਖੋ ਆਪਾਂ ਆਲਰੇਡੀ ਤੁਹਾਨੂੰ ਪਤਾ ਹੈ ਪਹਿਲਾਂ ਕੁਐਸਚਨ ਸੀਰੀਜ਼ ਵੀ ਸਟਾਰਟ ਕੀਤੀ ਹੋਈ ਸੀ। ਜਲਦੀ ਹੀ ਆਪਾਂ ਉਸ ਕੁਐਸਚਨ ਸੀਰੀਜ਼ ਨੂੰ ਵੀ ਦੁਬਾਰਾ ਤੋਂ ਕੰਟੀਨਿਊ ਕਰਾਂਗੇ। ਥੋੜਾ ਜਿਹਾ ਟਾਈਮ ਦੀ ਸ਼ਾਰਟੇਜ ਹੋਣ ਕਰਕੇ ਉਹਨੂੰ ਆਪਾਂ ਕੰਟੀਨਿਊ ਨਹੀਂ ਕਰ ਪਾਇਆ, ਪਰ ਜੋ ਵੀ ਕੁਐਸਚਨਸ ਆਲਰੇਡੀ ਕੀਤੇ ਹੋਏ ਨੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਨਾ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਿਆ ਕਰੋ ਸੋ ਦੈਟ ਜਦੋਂ ਵੀ ਕੋਈ ਵੀਡੀਓ ਅਪਲੋਡ ਹੋਵੇ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਆ ਜਾਏ ਐਂਡ ਉਹ ਵੀਡੀਓ ਤੁਸੀਂ ਜ਼ਰੂਰ ਸਿੱਖ ਪਾਓ। ਉਹ ਬੜੇ ਕੰਸਾਈਜ਼ ਕਨਸੈਪਟ ਇੱਕ ਕਨਸੈਪਟ ਹਰ ਇੱਕ ਕੁਐਸਚਨ ਚ ਡਿਸਕਸ ਕੀਤਾ ਗਿਆ ਸੀ। 5 ਤੋਂ 10 ਮਿੰਟ ਦੀ ਇੱਕ ਵੀਡੀਓ ਹੁੰਦੀ ਹੈ ਜੋ ਕਿ ਤੁਸੀਂ ਦੇਖ ਸਕਦੇ ਹੋ, ਹੈ ਨਾ। ਤਾਂ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਥੋੜੀਆਂ ਨੇਮਿੰਗ ਰਿਐਕਸ਼ਨਸ ਦੇ ਉੱਪਰ ਅਸਾਈਨਮੈਂਟ ਜੋ ਹੈ ਆਪਣੀ ਮਾਸਟਰ ਕੈਡਟ ਤੇ ਲੈਕਚਰਰ ਕੈਡਟ ਦੇ ਲਈ। ਤਾਂ ਇਸੇ ਵੀਡੀਓ ਦੇ ਵਿੱਚ ਤੁਸੀਂ ਦੇਖੋ ਤੁਹਾਨੂੰ WhatsApp ਗਰੁੱਪ ਦਾ ਲਿੰਕ ਵੀ ਦਿੱਤਾ ਹੋਇਆ ਹੈ, YouTube ਦਾ ਵੀ ਲਿੰਕ ਦਿੱਤਾ ਹੋਇਆ ਹੈ, ਟੈਲੀਗ੍ਰਾਮ ਗਰੁੱਪ ਦਾ ਵੀ ਲਿੰਕ ਦਿੱਤਾ ਹੋਇਆ, ਤੁਸੀਂ ਕਲਿੱਕ ਕਰਕੇ ਜੁਆਇਨ ਕਰ ਸਕਦੇ ਹੋ। ਤਾਂ ਜੋ ਵੀ ਬੱਚੇ ਮਾਸਟਰ ਕੈਡਟ ਜਾਂ ਲੈਕਚਰਰ ਕੈਡਟ ਕੈਮਿਸਟਰੀ ਦੇ ਲਈ ਹੈ ਨਾ ਪ੍ਰੀਪੇਅਰ ਕਰ ਰਹੇ ਨੇ ਤਾਂ ਉਹ ਆਪਣੇ ਨਾਲ ਜੁੜ ਸਕਦੇ ਨੇ। ਤਾਂ ਦੇਖੋ ਆਪਾਂ ਸਟਾਰਟ ਕਰਦੇ ਹਾਂ। ਪਹਿਲਾ ਕੁਐਸਚਨ ਆਪਣੇ ਕੋਲ ਸਕਰੀਨ ਦੇ ਉੱਪਰ ਕੀ ਹੈ, ਕਹਿੰਦੇ ਵੁਡਸ ਰਿਐਕਸ਼ਨ ਇਜ਼ ਮੇਨਲੀ ਯੂਜ਼ਡ ਫॉर द प्रिपरेशन ऑफ। आई होप कि मोस्ट ऑफ द स्टूडेंट्स ने क्वेश्चन प्रैक्टिस कर ਲਏ ਹੋਣਗੇ ਔਰ ਤੁਸੀਂ ਇਹ ਜੋ ਸੋਲੂਸ਼ਨ ਵੀਡੀਓ ਹੈ ਨਾ ਉਹ ਕੁਐਸਚਨ ਨੂੰ ਸੋਲਵ ਕਰਨ ਤੋਂ ਬਾਅਦ ਹੀ ਸਟਾਰਟ ਕਰ ਰਹੇ ਹੋ, ਹੈ ਨਾ। ਕਿਉਂਕਿ ਇਸ ਦਾ ਫਾਇਦਾ ਤਦ ਹੀ ਹੈ ਜਦ ਤੁਸੀਂ ਇਹਦੇ ਆਨਸਰ ਖੁਦ ਪਹਿਲਾਂ ਸੋਲਵ ਕੀਤੇ ਹੋਏ ਨੇ, ਫਿਰ ਹੀ ਇਸ ਵੀਡੀਓ ਨੂੰ ਪ੍ਰੋਪਰਲੀ ਦੇਖਣਾ। ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਤਾਂ ਆਪਣੇ ਕੋਲ ਕੁਐਸਚਨ ਨੰਬਰ 1 ਕੀ ਹੈ, ਵੁਡਸ ਰਿਐਕਸ਼ਨ ਦੇ ਉੱਪਰ ਹੈ। ਹੁਣ ਦੇਖੋ ਵੁਡਸ ਰਿਐਕਸ਼ਨ ਜੋ ਹੈ ਉਹ ਤੁਹਾਡੀ ਬੇਸਿਕਲੀ ਇੱਕ ਸਿਮੈਟ੍ਰੀਕਲ ਐਲਕੇਨ ਬਣਾਉਣ ਦਾ ਮੈਥਡ ਹੈ। ਦੈਟ ਇਜ਼ ਅ ਮੈਥਡ ਟੂ ਪ੍ਰੀਪੇਅਰ ਸਿਮੈਟ੍ਰੀਕਲ ਐਲਕੇਨ। ਤੇ ਇਹਦੇ ਵਿੱਚ ਆਪਾਂ ਸਿਮੈਟ੍ਰੀਕਲ ਐਲਕੇਨ ਬਣਾਉਂਦੇ ਹਾਂ ਬਾਈ ਯੂਜ਼ਿੰਗ ਯੂਅਰ ਐਲਕਾਈਲ ਹੈਲਾਈਡਸ, ਹੈ ਨਾ। ਹੁਣ ਦੇਖੋ ਰਿਐਕਸ਼ਨ ਕੀ ਹੁੰਦੀ ਹੈ ਇਹ ਚੀਜ਼ ਤੁਸੀਂ ਬਹੁਤ ਹੀ ਧਿਆਨ ਨਾਲ ਸਮਝਣਾ ਹੈ ਕਿ ਆਪਾਂ ਰਿਐਕਸ਼ਨ ਨੂੰ ਪ੍ਰੋਸੀਡ ਕਿੱਦਾਂ ਕਰਨਾ ਹੈ। ਤਾਂ ਰਿਐਕਸ਼ਨ ਦੇ ਵਿੱਚ ਕੀ ਹੁੰਦਾ ਹੈ ਨਾ ਆਪਾਂ ਐਲਕਾਈਲ ਹੈਲਾਈਡ ਲੈਣੇ ਹਾਂ ਇਨ ਦਾ ਪ੍ਰੈਜ਼ੈਂਸ ਆਫ ਸੋਡੀਅਮ ਐਂਡ ਡਰਾਈ ਈਥਰ। ਧਿਆਨ ਰੱਖਣਾ ਇੱਥੇ ਆਪਾਂ ਜੋ ਮੀਡੀਅਮ ਰੱਖਦੇ ਹਾਂ ਜੋ ਸੋਲਵੈਂਟ ਯੂਜ਼ ਕਰਦੇ ਹਾਂ ਉਹ ਥੋੜਾ ਡਰਾਈ ਈਥਰ ਰੱਖਦੇ ਹਾਂ ਕਿਉਂਕਿ ਜੋ ਸੋਡੀਅਮ ਮੈਟਲ ਹੁੰਦਾ ਹੈ ਇਨ ਪ੍ਰੈਜ਼ੈਂਸ ਆਫ ਯੂਅਰ ਵਾਟਰ ਇਹ ਬੜਾ ਹੀ ਰਿਐਕਟਿਵਲੀ ਰਿਐਕਟ ਕਰ ਜਾਂਦਾ, ਵਾਇਲੈਂਟਲੀ ਰਿਐਕਟ ਕਰਦਾ ਹੈ ਔਰ ਹਾਈਡਰੋਜਨ ਗੈਸ ਨੂੰ ਰਿਲੀਜ਼ ਕਰ ਦਿੰਦਾ ਹੈ। ਤਾਂ ਕਰਕੇ ਕਦੇ ਵੀ ਆਪਾਂ ਮੋਇਸਚਰ ਦੇ ਕੰਟੈਕਟ 'ਚ ਨਹੀਂ ਕਰਦੇ, ਰਿਐਕਸ਼ਨ ਹਮੇਸ਼ਾ ਡਰਾਈ ਈਥਰ ਦੀ ਪ੍ਰੈਜ਼ੈਂਸ 'ਚ ਕੀਤੀ ਜਾਂਦੀ ਹੈ। ਔਰ ਇੱਥੇ ਤੁਹਾਡੇ ਕੋਲ ਪ੍ਰੋਡਕਟ ਕੀ ਬਣਦਾ ਹੈ, ਤੁਹਾਡੇ ਕੋਲ ਡਾਈ ਐਲਕਾਈਲ ਦੀ ਫਾਰਮੇਸ਼ਨ ਹੁੰਦੀ ਹੈ, ਨਾਲ ਆਪਣੇ ਕੋਲ ਕੀ ਨਿਕਲਦਾ ਹੈ, ਆਪਣੇ ਕੋਲੇ ਸੋਡੀਅਮ ਹੈਲਾਈਡ ਨਿਕਲ ਜਾਂਦਾ ਹੈ। ਔਰ ਇੱਥੇ ਦੇਖੋ ਧਿਆਨ ਰੱਖਣਾ ਜੋ R ਗਰੁੱਪ ਹੈ ਉਹ ਐਲਕਾਈਲ ਗਰੁੱਪ ਹੁੰਦਾ ਹੈ। ਜਿਵੇਂ ਕਿ ਅਗਰ ਐਗਜ਼ਾਮਪਲ ਦੀ ਗੱਲ ਕਰਾਂ ਜਿਵੇਂ CH3Cl ਹੈ ਔਰ ਅਗਰ ਤੁਸੀਂ ਇਸ ਦੀ ਰਿਐਕਸ਼ਨ Na ਈਥਰ ਦੇ ਨਾਲ ਕਰਤੀ ਡਰਾਈ ਈਥਰ ਦੇ ਨਾਲ ਤਾਂ ਇੱਥੇ ਤੁਹਾਡੇ ਕੋਲ ਪ੍ਰੋਡਕਟ ਕੀ ਬਣੇਗਾ, ਤੁਹਾਡੇ ਕੋਲ CH3CH3 ਇਥੇਨ ਪ੍ਰੋਡਕਟ ਬਣੇਗਾ। ਤਾਂ ਇੱਥੇ ਤੁਹਾਡੇ ਕੋਲ ਕੀ ਹੁੰਦਾ ਇਵਨ ਨੰਬਰ ਆਫ ਕਾਰਬਨ ਐਟਮਸ ਸਿਮੈਟ੍ਰੀਕਲ ਐਲਕੇਨ ਦੀ ਫਾਰਮੇਸ਼ਨ ਹੁੰਦੀ ਹੈ। ਇਸ ਰਿਐਕਸ਼ਨ ਨੂੰ ਆਪਾਂ ਬੋਲਦੇ ਹਾਂ ਵੁਡਸ ਰਿਐਕਸ਼ਨ, ਜਿੱਥੇ ਤੁਹਾਡੇ ਕੋਲੇ R ਜਿਹੜਾ ਗਰੁੱਪ ਹੁੰਦਾ ਐਲਕਾਈਲ ਗਰੁੱਪ ਹੁੰਦਾ, ਧਿਆਨ ਰੱਖਣਾ ਉਸ ਨੂੰ ਆਪਾਂ ਵੁਡਸ ਰਿਐਕਸ਼ਨ ਬੋਲਦੇ ਹਾਂ। ਤਾਂ ਇਸ ਕੁਐਸਚਨ ਦੇ ਵਿੱਚ ਕੀ ਹੈ that is basically for the preparation of your higher alkenes use ਕੀਤਾ ਜਾਂਦਾ ਹੈ। Question number 2 in Fittig reaction sodium metal is used in the presence of। देखो ध्यान रखना सोडियम मेटल कदे भी ਆਪਾਂ ਵਾਟਰ ਜਾਂ ਐਕਵਸ ਮੀਡੀਅਮ ਦੀ ਪ੍ਰੈਜ਼ੈਂਸ ਨਹੀਂ ਯੂਜ਼ ਕਰਦੇ, ਆਲਵੇਜ਼ ਐਂਡ ਆਲਵੇਜ਼ ਡਰਾਈ ਕੰਡੀਸ਼ਨ ਚ ਹੁੰਦਾ ਹੈ। ਤਾਂ ਕਰਕੇ ਇਸ ਕੁਐਸਚਨ ਦਾ ਆਨਸਰ ਆਣਾ ਹੈ ਡਰਾਈ ਈਥਰ। ਦੇਖੋ ਐਲਕੋਹਲ ਵੀ ਵਾਟਰ ਪ੍ਰੈਜ਼ੈਂਸ ਚ ਹੋਏਗਾ, ਵਾਟਰ ਆਪਾਂ ਯੂਜ਼ ਨਹੀਂ ਕਰ ਸਕਦੇ ਕਿਉਂਕਿ ਆਪਣੇ ਕੋਲੇ ਵਾਟਰ ਪ੍ਰੈਜ਼ੈਂਸ ਦੇ ਵਿੱਚ ਕੀ ਹੋਏਗਾ, ਹੈ ਨਾ। ਜਿੱਦਾਂ ਹੀ ਤੁਸੀਂ ਇਹਦੀ ਰਿਐਕਸ਼ਨ ਵਾਟਰ ਦੀ ਪ੍ਰੈਜ਼ੈਂਸ ਵਿੱਚ ਕਰਦੇ ਹੋ ਨਾ ਤਾਂ ਇੱਥੇ ਕੀ ਬਣਦਾ, ਤੁਹਾਡੇ ਕੋਲੇ ਸੋਡੀਅਮ ਹਾਈਡਰੋਕਸਾਈਡ ਬਣਦਾ ਹੈ ਔਰ ਹਾਈਡਰੋਜਨ ਗੈਸ ਜੋ ਹੈ ਉਹ ਵਾਇਲੈਂਟਲੀ ਕੀ ਕਰਦੀ ਹੈ ਬਾਹਰ ਨਿਕਲਦੀ ਹੈ। ਦੈਟ ਇਜ਼ ਅ ਵੈਰੀ ਐਕਸੋਥਰਮਿਕ ਰਿਐਕਸ਼ਨ। ਕਿੱਦਾਂ ਹੋ ਰਹੀ ਹੈ ਰਿਐਕਸ਼ਨ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੇਖੋ ਤੇ ਸੋਡੀਅਮ ਮੈਟਲ ਕੀ ਹੁੰਦਾ ਤੁਹਾਨੂੰ ਪਤਾ ਹੈ ਦੈਟ ਇਜ਼ ਅ ਵੈਰੀ ਗੁੱਡ ਆਪਣੇ ਕੋਲ ਆਕਸੀਡੇਸ਼ਨ ਹੁੰਦੀ ਹੈ, ਇਲੈਕਟ੍ਰੋਨ ਨੂੰ ਡੋਨੇਟ ਕਰ ਸਕਦਾ ਹੈ। ਜੋ ਇਲੈਕਟ੍ਰੋਨ ਇੱਥੇ ਤੁਹਾਡੇ ਕੋਲ ਨਿਕਲ ਰਿਹਾ ਹੈ ਉਹ ਵਾਟਰ ਦੇ H ਪੋਜ਼ਿਟਿਵ ਆਇਨ ਦੇ ਨਾਲ ਰਿਐਕਟ ਕਰਕੇ ਕਾਦੇ ਵਿੱਚ ਕਨਵਰਟ ਹੁੰਦਾ, ਤੁਹਾਡੀ ਹਾਈਡਰੋਜਨ ਗੈਸ ਵਿੱਚ ਕਨਵਰਟ ਹੁੰਦਾ ਹੈ।
और वाटर ਦਾ जो हाइड्रोक्साइड आयन है वो थोड़े Na पॉजिटिव ਦੇ ਨਾਲ ਕਨੈਕਟ ਹੋ ਕੇ ਕੀ ਬਣਾਉਂਦਾ ਹੈ NaOH ਸੋਡੀਅਮ ਹਾਈਡਰੋਕਸਾਈਡ ਦੀ ਫਾਰਮੇਸ਼ਨ ਬਣਾਉਂਦਾ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇਸੇ ਕਰਕੇ ਆਲਵੇਜ਼ ਆਪਾਂ ਡਰਾਈ ਮੀਡੀਅਮ ਯੂਜ਼ ਕਰਦੇ ਹਾਂ ਨਾਓ ਦਾ ਕੁਐਸਚਨ ਇਜ਼ व्हाट इज अ ਫਿਟਿਕ ਰਿਐਕਸ਼ਨ ਫਿਟਿਕ ਰਿਐਕਸ਼ਨ ਕੀ ਹੁੰਦੀ ਹੈ ਦੇਖੋ ਇੱਕ ਹੁੰਦੀ ਹੈ ਵੁਡਸ ਰਿਐਕਸ਼ਨ ਚ ਕੀ ਹੁੰਦਾ ਹੈ ਆਪਾਂ ਨਾ 2 ਮੋਲ ਐਲਕਾਈਲ ਹੈਲਾਈਡਸ ਯੂਜ਼ ਕਰਦੇ ਹਾਂ ਦੋਨੋਂ ਥੋੜੇ ਐਲਕਾਈਲ ਹੈਲਾਈਡਸ ਯੂਜ਼ ਹੁੰਦੇ ਨੇ ਉੱਥੇ ਉਸ ਨੂੰ ਆਪਾਂ ਬੋਲਦੇ ਹਾਂ ਵੁਡਸ ਰਿਐਕਸ਼ਨ ਦੇਖੋ ਕੀ ਹੁੰਦਾ ਹੈ ਜਦੋਂ ਤੁਸੀਂ ਇੱਕ ਐਲਕਾਈਲ ਹੈਲਾਈਡ ਯੂਜ਼ ਕਰ ਰਹੇ ਹੋ ਔਰ ਦੂਸਰਾ ਯੂਜ਼ ਕਰ ਰਹੇ ਹੋ ਤੁਸੀਂ ਆਪਣਾ एराइल हैलाइड ਤਾਂ ਜਦੋਂ ਤੁਹਾਡੇ ਕੋਲ ਜੋ ਪ੍ਰੋਡਕਟ ਬਣਦਾ ਹੈ इन द प्रेजेंस ऑफ ड्राई ईथर ਤਾਂ ਆਪਣੇ ਕੋਲ ਕੀ ਬਣਦਾ ਹੈ ਅਰਾਈਲ ਗਰੁੱਪ ਦੇ ਨਾਲ ਇੱਕ ਐਲਕਾਈਲ ਗਰੁੱਪ ਜੁੜਦਾ ਹੈ ਜਿਵੇਂ ਮੰਨ ਲਓ ਤੁਸੀਂ ਟੋਲਵੀਨ ਫਾਰਮ ਕਰਨਾ ਹੈ ਤਾਂ ਟੋਲਵੀਨ ਬਣਾਉਣ ਦੇ ਲਈ ਦੇਖੋ CH3Cl ਇਨ ਦਾ ਪ੍ਰੈਜ਼ੈਂਸ ਆਫ ਜਦੋਂ ਤੁਸੀਂ ਦੀ ਰਿਐਕਸ਼ਨ ਕਰਦੇ ਹੋ ਆਪਣੇ ਕਾਦੇ ਨਾਲ ਬੈਂਜ਼ੀਨ ਕਲੋਰੋਬੈਂਜ਼ੀਨ ਦੇ ਨਾਲ ਹੈ ਨਾ ਇਨ ਦਾ ਪ੍ਰੈਜ਼ੈਂਸ ਆਫ ਡਰਾਈ ਈਥਰ ਤਾਂ ਕੀ ਹੁੰਦਾ ਦੇਖੋ ਇੱਥੇ Cl NaCl ਬਾਹਰ ਨਿਕਲ ਜਾਂਦੇ 2 NaCl ਨਿਕਲ ਜਾਂਦੇ ਨੇ ਔਰ ਤੁਹਾਡੇ ਬੈਂਜ਼ੀਨ ਦੇ ਨਾਲ CH3 ਗਰੁੱਪ ਕੀ ਹੋ ਜਾਂਦਾ ਤੁਹਾਡਾ ਅਟੈਚਡ ਹੋ ਜਾਂਦਾ ਹੈ ਤਾਂ ਜਿਹੜੀ ਆਹ ਵਾਲੀ ਰਿਐਕਸ਼ਨ ਮੈਥਡ ਕੋਲ ਇੱਥੇ ਲਿਖੀ ਹੈ ਇਸ ਨੂੰ ਆਪਾਂ ਬੋਲਦੇ ਹਾਂ ਵੁਡਸ ਫਿਟਿਕ ਰਿਐਕਸ਼ਨ ਦਿਸ ਰਿਐਕਸ਼ਨ ਇਜ਼ ਨੋਨ ਐਜ਼ ਯੂਰ ਵੁਡਸ ਫਿਟਿਕ ਰਿਐਕਸ਼ਨ ਤਾਂ ਇਸ ਨੂੰ ਬੋਲਦੇ ਵੁਡਸ ਫਿਟਿਕ ਰਿਐਕਸ਼ਨ ਫਿਰ ਫਿਟਿਕ ਰਿਐਕਸ਼ਨ ਕਿਹੜੀ ਹੁੰਦੀ ਹੈ ਦੇਖੋ ਫਿਟਿਕ ਰਿਐਕਸ਼ਨ ਕੀ ਹੁੰਦੀ ਹੈ ਜਿਹਦੇ ਵਿੱਚ ਦੋਨੋਂ ਜੋ ਤੁਸੀਂ ਆਪਣੇ ਕੋਲ ਹੈਲਾਈਡਸ ਲੈਣੇ ਹੋ ਦੋਨੋਂ ਹੈਲਾਈਡਸ ਕੀ ਹੁੰਦੇ ਨੇ ਤੁਹਾਡੇ एराइल हैलाइड्स ਹੁੰਦੇ ਨੇ ਕੀ ਹੁੰਦੇ ਨੇ ਤੁਹਾਡੇ एराइल हैलाइड्स ਹੁੰਦੇ ਨੇ ਉਹਨੂੰ ਆਪਾਂ ਬੋਲਦੇ ਹਾਂ ਫਿਟਿਕ ਰਿਐਕਸ਼ਨ ਉਸ ਨੂੰ ਆਪਾਂ ਕੀ ਬੋਲਦੇ ਹਾਂ ਫਿਟਿਕ ਰਿਐਕਸ਼ਨ ਮੈਂ ਇੱਥੇ ਲਿਖ ਦਿੰਨਾ ਹਾਂ ਫਿਟਿਕ ਰਿਐਕਸ਼ਨ ਕੀ ਹੈ ਇਸ ਨੂੰ ਨੋਟ ਜ਼ਰੂਰ ਕਰ ਲਿਓ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਫਿਟਿਕ ਰਿਐਕਸ਼ਨ ਚ ਕੀ ਹੁੰਦੇ ਨੇ ਦੋਨੋਂ एराइल हैलाइड्स ਆਪਾਂ ਯੂਜ਼ ਕਰਦੇ ਹਾਂ ਔਰ ਇਹਦੇ ਵਿੱਚ 2 ਮੋਲਸ ਯੂਜ਼ ਹੁੰਦੇ ਨੇ ਇਹ ਚੀਜ਼ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਨ ਦਾ ਪ੍ਰੈਜ਼ੈਂਸ ਆਫ ਡਰਾਈ ਈਥਰ ਤਾਂ ਇੱਥੇ ਵੀ ਦੇਖੋ ਅਗੇਨ 2 NaX ਮੋਲੀਕਿਊਲ ਬਾਹਰ ਚਲੇ ਜਾਣਗੇ ਔਰ ਅਰਾਈਲ ਗਰੁੱਪ ਦੇ ਨਾਲ ਇੱਕ ਅਰਾਈਲ ਗਰੁੱਪ ਕੀ ਹੋ ਜਾਏਗਾ ਤੁਹਾਡਾ ਅਟੈਚ ਹੋ ਜਾਏਗਾ ਜਿਵੇਂ ਮੰਨ ਲਓ ਤੁਸੀਂ ਬਾਈਫਿਨਾਈਲ ਸਿਸਟਮ ਬਣਾਉਣਾ ਹੈ ਤਾਂ ਟੋਲਵਿਨ ਦੀ ਰਿਐਕਸ਼ਨ ਕਰ ਦੋ ਤੁਸੀਂ Na ਡਰਾਈ ਈਥਰ ਦੀ ਪ੍ਰੈਜ਼ੈਂਸ ਦੇ ਵਿੱਚ Na ਡਰਾਈ ਈਥਰ ਦੀ ਪ੍ਰੈਜ਼ੈਂਸ ਕਰ ਦੋ ਤਾਂ ਤੁਹਾਡੇ ਕੋਲ ਦੋ ਬੈਂਜ਼ੀਨ ਗਰੁੱਪਸ ਆਪਸ ਅਟੈਚਡ ਹੋ ਜਾਣਗੇ देयर विल बी अ फॉर्मेशन ऑफ योर बाइफिनाइल सिस्टम ठीक है इस रिएक्शन ਨੂੰ ਆਪਾਂ ਬੋਲਦੇ ਹਾਂ ਫਿਟਿਕ ਰਿਐਕਸ਼ਨ ਆਈ ਹੋਪ ਕਿ ਚੀਜ਼ਾਂ ਕਲੀਅਰ ਨੇ ਜੋ ਵੀ ਰਿਐਕਸ਼ਨਸ ਆ ਰਹੀਆਂ ਨੇ ਨਾਲ ਨਾਲ ਮੇਰੀ ਕੋਸ਼ਿਸ਼ ਹੈ ਕਿ ਤੁਹਾਨੂੰ ਨਾਲ ਨਾਲ ਉਹਨਾਂ ਨੂੰ ਐਕਸਪਲੇਨ ਕਰ ਦਿੱਤਾ ਜਾਵੇ ਤਾਂ ਕਿ ਉਹਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਰਾਜੀ ਕੁਐਸਚਨ ਨੰਬਰ 3 ਕਹਿੰਦੇ ਵਿਚ ਇਜ਼ ਦਾ ਬੈਸਟ ਮੈਥਡ ਦਾ ਫॉर द ਫਾਰਮੇਸ਼ਨ ਆਫ ਸਿਮੈਟ੍ਰੀਕਲ ਐਲਕੇਨ ਹੁਣੀ ਦੱਸ ਕੇ ਹਟਨੇ ਰਾਜੀ ਸਿਮੈਟ੍ਰੀਕਲ ਐਲਕੇਨ ਦੇ ਲਈ ਆਪਣੇ ਕੋਲ ਜੋ ਬੈਸਟ ਮੈਥਡ ਹੈ ਫਾਰਮੇਸ਼ਨ ਦੇ ਲਈ ਉਹ ਹੁੰਦਾ ਹੈ ਵੁਡਸ ਰਿਐਕਸ਼ਨ ਦੇਖੋ ਆਪਣੇ ਕੋਲ ਐਲਡੋਲ ਕੰਡੈਂਸੇਸ਼ਨ ਕੈਨੀਜ਼ਾਰੋ ਔਰ ਪਰਕਿਨ ਕੰਡੈਂਸੇਸ਼ਨ ਇਹਨਾਂ ਦੇ ਵਿੱਚ ਕੀ ਹੁੰਦੇ ਨੇ ਆਪਣੇ ਕੋਲ ਕਾਰਬੋਨਿਲ ਪ੍ਰੋਡਕਟਸ ਇਨਵੋਲਵ ਹੁੰਦੇ ਨੇ ਹਨਾ ਤਾਂ ਇਹ ਜਿਹੜੇ ਮੈਥਡਸ ਨੇ ਥੋੜੇ ਐਲਡੀਹਾਈਡ ਤੇ ਕੀਟੋਨਸ ਦੀਆਂ ਰਿਐਕਸ਼ਨਸ ਹੁੰਦੀਆਂ ਨੇ ਐਲਡੋਲ ਕੰਡੈਂਸੇਸ਼ਨ ਆਪਾਂ ਅੱਗੇ ਦੇਖਾਂਗੇ ਕੈਨੀਜ਼ਾਰੋ ਰਿਐਕਸ਼ਨ ਕੀ ਹੈ ਪਰਕਿਨ ਰਿਐਕਸ਼ਨਸ ਕੀ ਹੁੰਦੀਆਂ ਨੇ ਆਪਾਂ ਅੱਗੇ ਦੇਖਾਂਗੇ ਸਾਰੀਆਂ ਤੇ ਇਹ ਕੀ ਹੁੰਦੀਆਂ ਨੇ ਤੁਹਾਡੀਆਂ ਕਾਰਬੋਨਿਲ ਕੰਪਾਊਂਡਸ ਦੀਆਂ ਰਿਐਕਸ਼ਨਸ ਹੁੰਦੀਆਂ ਨੇ ਤਾਂ ਇੱਕ ਇੱਕ ਕਰਕੇ ਅਗਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਇੱਕ ਇੱਕ ਕਰਕੇ ਦੱਸ ਵੀ ਦਿੰਦਾ ਇੱਥੇ ਤਾਂ ਦੇਖੋ ਐਲਡੋਲ ਕੰਡੈਂਸੇਸ਼ਨਸ ਕੀ ਹੁੰਦੀ ਇੱਕ ਹੁੰਦੀ ਹੈ ਐਲਡੋਲ ਰਿਐਕਸ਼ਨ ਇੱਕ ਹੁੰਦੀ ਹੈ ਐਲਡੋਲ ਕੰਡੈਂਸੇਸ਼ਨ ਰਿਐਕਸ਼ਨ ਤਾਂ ਜਿਵੇਂ ਮੰਨ ਲਓ ਐਲਡੋਲ ਦੇ ਵਿੱਚ ਕੀ ਹੁੰਦਾ ਨਾ ਆਪਣੇ ਕੋਲੇ ਕਾਰਬੋਨਿਲ ਕੰਪਾਊਂਡਸ ਆਪਾਂ ਲੈਣੇ ਹਾਂ ਇਸ ਚੀਜ਼ ਦਾ ਧਿਆਨ ਰੱਖਣਾ ਐਲਡੋਲ ਰਿਐਕਸ਼ਨ ਉਹੀ ਕਰ ਸਕਦੇ ਨੇ ਕਾਰਬੋਨਿਲ ਕੰਪਾਊਂਡ ਜਿਨ੍ਹਾਂ ਵਿੱਚ ਅਲਫਾ ਹਾਈਡਰੋਜਨਸ ਪ੍ਰੈਜ਼ੈਂਟ ਹੁੰਦੇ ਨੇ ਮਤਲਬ ਕਾਰਬੋਨਿਲ ਕੰਪਾਊਂਡ ਦੇ ਨਾਲ ਵਾਲੇ ਕਾਰਬਨ ਤੇ ਅਲਫਾ ਹਾਈਡਰੋਜਨ ਦਾ ਹੋਣਾ ਜ਼ਰੂਰੀ ਹੈ ਤਾਂ ਇਹਦੇ ਵਿੱਚ ਕੀ ਹੁੰਦਾ ਹੈ ਇਨ ਦਾ ਪ੍ਰੈਜ਼ੈਂਸ ਆਫ ਅ ਰਿਐਕਸ਼ਨ ਬੇਸ ਹੁੰਦੀ ਹੈ ਐਸਿਡਿਕ ਮੀਡੀਅਮ 'ਚ ਵੀ ਰਿਐਕਸ਼ਨ ਪ੍ਰੋਸੀਡ ਕਰ ਸਕਦੀ ਹੈ ਤਾਂ ਬੇਸ ਕੀ ਕਰੇਗਾ ਐਸਿਡਿਕ ਹਾਈਡਰੋਜਨ ਜੋ ਥੋੜੀ ਅਲਫਾ ਪੋਜੀਸ਼ਨ ਤੇ ਹੈ ਉਸ ਨੂੰ ਕੀ ਕਰ ਲੈਂਦਾ ਹੈ ਐਬਸਟ੍ਰੈਕਟ ਕਰ ਲੈਂਦਾ ਹੈ ਤਾਂ ਜਿੱਦਾਂ ਹੀ ਉੱਥੇ ਐਬਸਟ੍ਰੈਕਟ ਕਰਦਾ ਹੈ ਤਾਂ ਕਾਰਬਨ ਤੇ 네ਗੇਟਿਵ ਚਾਰਜ ਆ ਜਾਂਦਾ ਹੈ ਐਂਡ that carbon will behave like a nucleophile and ਜਿਹੜਾ ਕਾਰਬਨ ਤੇ 네ਗੇਟਿਵ ਚਾਰਜ ਹੈ ਉਹ ਕੀ ਕਰਦਾ ਹੈ ਥੋੜੇ ਦੂਸਰੇ ਮੋਲੀਕਿਊਲ ਤੇ दूसरे मॉलिक्यूल ऑफ एल्डिहाइड ਤੇ ਅਟੈਕ ਕਰਦਾ ਹੈ ਐਂਡ देयर विल बी अ प्रोडक्ट ਫਾਰਮੇਸ਼ਨ ਤਾਂ ਉੱਥੇ ਕੀ ਬਣਦਾ ਤੁਹਾਡੇ ਕੋਲ ਇੱਕ ਬੀਟਾ ਹਾਈਡਰੋਕਸੀ ਐਲਡੀਹਾਈਡ ਦੀ ਫਾਰਮੇਸ਼ਨ ਹੁੰਦੀ ਹੈ देयर विल बी अ ਫਾਰਮੇਸ਼ਨ ਆਫ ਬੀਟਾ ਹਾਈਡਰੋਕਸੀ ਐਲਡੀਹਾਈਡ ਤਾਂ ਇਸ ਰਿਐਕਸ਼ਨ ਨੂੰ ਆਪਾਂ ਬੋਲਦੇ ਹਾਂ ਤੁਹਾਡਾ that is known as your एल्डोल रिएक्शन देखो कंडेंसेशन ਦਾ ਮਤਲਬ ਕੀ ਹੁੰਦਾ ਹੈ ਐਲੀਮੀਨੇਸ਼ਨ ਹੋ ਰਹੀ ਹੈ ਇਹ ਰਿਐਕਸ਼ਨ ਕਦੋਂ ਹੋਏਗੀ ਜਦੋਂ ਫਰਦਰ ਇਸ ਨੂੰ ਤੁਸੀਂ ਹੀਟ ਅਪ ਕਰਦੇ ਹੋ ਤਾਂ ਹੀਟ ਕਰਨ ਤੇ ਅਲਫਾ ਪੋਜੀਸ਼ਨ ਤੋਂ ਹਾਈਡਰੋਜਨ ਤੇ ਬੀਟਾ ਪੋਜੀਸ਼ਨ ਤੋਂ ਆਪਣੇ ਕੋਲ OH ਬਾਹਰ ਨਿਕਲਦਾ ਹੈ ਇਹ ਕਿਹੜੇ ਮੈਕੈਨਿਜ਼ਮ ਦੇ ਥਰੂ ਹੁੰਦਾ ਹੈ E1CB ਮੈਕੈਨਿਜ਼ਮ ਦੇ ਥਰੂ ਬਾਹਰ ਜਾਂਦਾ ਹੈ देयर विल बी अ फॉर्मेशन ऑफ योर डबल बॉन्ड तो ਜਿਹੜਾ ਤੁਹਾਡੇ ਕੋਲ ਅਲਫਾ ਕੋਮਾ ਬੀਟਾ ਅਨਸੈਚੁਰੇਟਡ ਕਾਰਬੋਨਿਲ ਕੰਪਾਊਂਡ ਬਣਦਾ ਹੈ that is the final product of your aldol condensation ਤਾਂ ਇਸ ਰਿਐਕਸ਼ਨ ਨੂੰ ਆਪਾਂ ਫਰਦਰ ਬੇਟਾ ਬੋਲਦੇ ਹਾਂ aldol condensation so there is a difference between aldol reaction and aldol condensation reaction ਤੁਹਾਨੂੰ ਪਤਾ ਹੋਣਾ ਚਾਹੀਦਾ ਹੈ
किसी भी तरह का अगर चीज़ों च डाउट है बेटा यू कैन कमेंट कर सकते हो यूट्यूब चैनल अपने इसी वीडियो के कमेंट सैक्शन ਦੇ ਵਿੱਚ ਤੁਸੀਂ ਆਪਣੇ डाउट्स ਨੂੰ लिख सकते हो चीज़ों ਨੂੰ अगर बखूबी अच्छी तरह सीखना है बेटा अपना नवा जो अपना बैच है वो स्टार्ट हो चुका है मास्टर कैडेट ਤੇ ਲੈਕਚਰਰ कैडेट ਕੈਮਿਸਟਰੀ ਲਈ ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰੇ ਗਿਵਨ WhatsApp ਨੰਬਰ ਦੇ ਉੱਪਰ ਹੈ ਨਾ ਵੁਡਸ ਰਿਐਕਸ਼ਨ ਆਪਾਂ ਆਲਰੇਡੀ ਕਰ ਚੁੱਕੇ ਹਾਂ ਕੈਨੀਜ਼ਾਰੋ ਤੇ ਪਰਕਿਨ ਰਿਐਕਸ਼ਨ ਆਪਾਂ ਅੱਗੇ ਦੇਖਾਂਗੇ ਕਿਉਂਕਿ ਅੱਗੇ ਕੁਐਸਚਨ ਦੇ ਵਿੱਚ ਆਪਾਂ ਇਹਨਾਂ ਨੂੰ ਇਨਵੋਲਵ ਕੀਤਾ ਹੋਇਆ ਹੈ ਨੈਕਸਟ ਕੁਐਸਚਨ ਕਹਿੰਦੇ ਫਰੀਡਲ ਕਰਾਫਟ ਜੋ ਹੈ ਐਲਕਾਈਲੇਸ਼ਨ ਉਹ ਕੀ ਹੁੰਦੀ ਹੈ ਦੇਖੋ ਫਰੀਡਲ ਕਰਾਫਟ ਜੋ ਹੈ दैट इज एन एग्जांपल ऑफ ਇਲੈਕਟ੍ਰੋਫਿਲਿਕ ਐਰੋਮੈਟਿਕ ਸਬਸਟੀਟਿਊਸ਼ਨ ਦੇਖੋ ਇਹਦੇ ਵਿੱਚ ਕੀ ਹੁੰਦਾ ਹੈ ਫਰੀਡਲ ਕਰਾਫਟ ਰਿਐਕਸ਼ਨ ਦੇ ਵਿੱਚ ਤਾਂ ਦੇਖੋ ਫਰੀਡਲ ਕਰਾਫਟ ਰਿਐਕਸ਼ਨ ਦੇ ਵਿੱਚ ਮੰਨ ਲਓ ਕਿ ਇਹ ਤੁਹਾਡੇ ਕੋਲੇ ਬੈਂਜ਼ੀਨ ਹੈ ਤਾਂ ਬੈਂਜ਼ੀਨ ਦੀ ਰਿਐਕਸ਼ਨ ਜਦੋਂ CH3Cl ਦੇ ਨਾਲ ਕੀਤੀ ਜਾਂਦੀ ਹੈ ਇਨ ਦਾ ਪ੍ਰੈਜ਼ੈਂਸ ਆਫ ਯਰ ਲੂਇਸ ਐਸਿਡ AlCl3 ਯੂਜ਼ ਕਰ ਲਓ ਜਾਂ ਫਿਰ ਤੁਸੀਂ FeCl3 ਵੀ ਯੂਜ਼ ਕਰ ਸਕਦੇ ਹੋ ਇਹ ਤੁਹਾਡੇ ਐਜ਼ ਅ ਕੈਟਲਿਸਟ ਦਾ ਤਰ੍ਹਾਂ ਕੰਮ ਕਰਦਾ ਹੈ ਲੂਇਸ ਐਸਿਡ ਦਾ ਕੰਮ ਕਰਦਾ ਹੈ ਕੀ ਕਰਦਾ ਹੈ ਕਿ ਜਿਹੜਾ ਤੁਹਾਡਾ CH3Cl ਹੈ ਇਹਦੇ ਵਿੱਚ ਪੋਲੈਰਿਟੀ ਨੂੰ ਜਨਰੇਟ ਕਰਦਾ ਹੈ ਟੂ ਜਨਰੇਟ ਅ ਕਾਰਬੋਕੇਟਾਈਨ CH3 ਪੋਜ਼ਿਟਿਵ ਔਰ ਬੈਂਜ਼ੀਨ ਤੁਹਾਨੂੰ ਪਤਾ ਹੈ दैट इज एन इलेक्ट्रॉन डेंस सिस्टम तो वो इलेक्ट्रॉन डेंस जो सिस्टम है एक्ट करता है न्यूक्लियोफाइल की तरह और दैट अटैक्स ऑन योर CH3 पॉजिटिव तो इत्थे की हुंदी है इलेक्ट्रोफिलिक सब्सटीट्यूशन हुंदी है एक हाइड्रोजन गेट्स रिप्लेस्ड बाय योर इलेक्ट्रोफिलिक ग्रुप सो दैट इज व्हाई इट इज नोन एज योर इलेक्ट्रोफिलिक एरोमेटिक सब्सटीट्यूशन तो इस रिएक्शन ਨੂੰ ਆਪਾਂ ਬੋਲਦੇ ਹਾਂ ਫਰੀਡਲ ਕਰਾਫਟ ਐਲਕਾਈਲੇਸ਼ਨ ਰਿਐਕਸ਼ਨ मतलब की है इत्थे एक एल्काइल ग्रुप अटैच्ड हो रहे दैट इज व्हाई इट इज नोन एज योर एल्काइलेशन रिएक्शन तो इस क्वेश्चन का जो आंसर आना सी दैट इज योर सी ऑप्शन ਨੈਕਸਟ ਹੈ ਕਹਿੰਦੇ ਜੋ ਕੈਟਲਿਸਟ ਯੂਜ਼ ਕਰਦੇ ਹਾਂ ਫਰੀਡਲ ਕਰਾਫਟ ਐਲਕਾਈਲੇਸ਼ਨ ਦੇ ਵਿੱਚ ਉਹ ਕਿਹੜਾ ਹੈ ਦੇਖੋ FeCl3 AlCl3 ਇਹ ਥੋੜੇ ਦੋਨੋਂ ਕੈਟਲਿਸਟ ਆਪਾਂ ਯੂਜ਼ ਕਰ ਸਕਦੇ ਦੇਖੋ ਕਾਮਨਲੀ ਪੁੱਛਿਆ ਬਟ ਦੇਖੋ ਜਦੋਂ ਤੁਸੀਂ ਬੈਸਟ ਆਪਸ਼ਨ ਚੂਜ਼ ਕਰਨਾ ਹੁੰਦਾ ਨਾ ਬੜੇ ਧਿਆਨ ਨਾਲ ਦੇਖੋ ਤਾਂ ਕਾਮਨਲੀ ਬਹੁਤ ਕਾਮਨਲੀ ਦੇਖੋ ਵੈਸੇ ਤਾਂ ਦੋਨੋਂ ਆਪਸ਼ਨ ਸਹੀ ਨੇ A ਤੇ C ਦੋਨੋਂ ਆਪਸ਼ਨਸ ਆ ਸਕਦੇ ਨੇ ਜੋ ਕਿ ਆਪਾਂ ਯੂਜ਼ ਕਰ ਸਕਦੇ ਹਾਂ ਦੋਨੋਂ ਹੀ ਲੂਇਸ ਕੈਟਲਿਸਟ ਦਾ ਕੰਮ ਕਰਦੇ ਨੇ ਬਟ ਅਗਰ ਤੁਸੀਂ ਇੱਕ ਆਪਸ਼ਨ ਨੂੰ ਚੂਜ਼ ਕਰਨਾ ਹੈ ਤੁਹਾਡੇ ਕੋਲ ਇੱਕ ਹੀ ਆਪਸ਼ਨ ਹੈ ਕਾਮਨਲੀ ਬਹੁਤ ਰੇਅਰ जो ਹੁੰਦਾ ਹੈ ਕਾਮਨਲੀ ਯੂਜ਼ਡ ਹੁੰਦਾ ਹੈ ਉਹ ਹੈ ਤੁਹਾਡਾ AlCl3 ਇਹ ਚੀਜ਼ ਦਾ ਧਿਆਨ ਰੱਖਣਾ ਹੈ ਤਾਂ ਇਸ ਕੁਐਸਚਨ ਦਾ ਫਿਰ ਜੋ ਮੋਸਟ ਐਪਰੋਪ੍ਰੀਏਟ ਆंसर बनेगा दैट इज योर सी ऑप्शन नेक्स्ट देखो कैनिजारो रिएक्शन आ गई है तो देखो कैनिजारो जो रिएक्शन ਹੁੰਦੀ ਹੈ ਦੇਖੋ ਇੱਕ ਹੁੰਦੀ ਹੈ ਐਲਡੋਲ ਰਿਐਕਸ਼ਨ ਇੱਕ ਹੁੰਦੀ ਹੈ ਕੈਨੀਜ਼ਾਰੋ ਤਾਂ ਐਲਡੋਲ ਰਿਐਕਸ਼ਨ ਜਿਹੜੀ ਹੁੰਦੀ ਹੈ ਉਹ ਉਹਨਾਂ ਵਿੱਚ ਹੁੰਦੀ ਹੈ ਜਿਨ੍ਹਾਂ ਵਿੱਚ ਅਲਫਾ ਹਾਈਡਰੋਜਨਸ ਪ੍ਰੈਜ਼ੈਂਟ ਹੁੰਦੇ ਨੇ ਕੈਨੀਜ਼ਾਰੋ ਰਿਐਕਸ਼ਨਸ ਉਹਨਾਂ ਲਈ ਹੁੰਦੀ ਹੈ ਜਿਨ੍ਹਾਂ ਵਿੱਚ ਅਲਫਾ ਹਾਈਡਰੋਜਨਸ ਨਹੀਂ ਹੁੰਦੇ ਡੋਂਟ ਹੈਵ ਅਲਫਾ ਹਾਈਡਰੋਜਨ ਤਾਂ ਇੱਕ ਐਗਜ਼ਾਮਪਲ ਦਿੰਨਾ ਜਿਵੇਂ ਤੁਹਾਡਾ ਫਾਰਮੈਲਡੀਹਾਈਡ ਹੈ ਤਾਂ ਫਾਰਮੈਲਡੀਹਾਈਡ ਦੇ ਵਿੱਚ ਆਪਾਂ ਅਗਰ ਮੰਨ ਲਓ ਇਹਦੀ ਰਿਐਕਸ਼ਨ ਕਿਹਦੇ ਨਾਲ ਕਰਵਾ ਦਈਏ ਬੈਂਜ਼ੈਲਡੀਹਾਈਡ ਦੇ ਨਾਲ ਤਾਂ ਦੇਖੋ ਦੋਨਾਂ ਵਿੱਚ ਕਿਸੇ ਦੇ ਵਿੱਚ ਵੀ ਅਲਫਾ ਹਾਈਡਰੋਜਨਸ ਨਹੀਂ ਹੈ ਤਾਂ OH ਨੈਗੇਟਿਵ ਨੇ ਅਟੈਕ ਕਰਨਾ ਹੈ ਹੁਣ OH ਨੈਗੇਟਿਵ ਕਿਸ ਕਾਰਬਨਿਲ ਕਾਰਬਨ ਤੇ ਅਟੈਕ ਕਰੇਗਾ ਫਾਰਮੈਲਡੀਹਾਈਡ ਤੇ ਕਰੇਗਾ ਜਾਂ ਤੁਹਾਡੇ ਬੈਂਜ਼ੈਲਡੀਹਾਈਡ ਤੇ ਕਰੇਗਾ ਇਹ ਡਿਪੈਂਡ ਕਰਦਾ ਹੈ ਕਿ ਕਿਸ ਕੋਲ ਇਲੈਕਟ੍ਰੋਨ ਡੈਂਸਿਟੀ ਘੱਟ ਹੈ ਬੈਂਜ਼ੈਲਡੀਹਾਈਡ ਜੋ ਕਾਰਬਨਿਲ ग्रुप है क्योंकि वो रेजोनेंस ਚ ਇਨਵੋਲਵਡ ਹੈ ਤਾਂ ਉਹਦੇ ਕੋਲ ਇਲੈਕਟ੍ਰੋਨ ਡੈਂਸਿਟੀ ਜ਼ਿਆਦਾ ਹੈ ਮਤਲਬ ਉਹ ਇਲੈਕਟ੍ਰੋਨ ਰਿਚ ਜ਼ਿਆਦਾ ਹੈ ਤਾਂ ਕਿਹਦੇ ਉੱਪਰ ਅਟੈਕ ਕਰੇਗਾ ਤੁਹਾਡੇ ਕਾਰਬਨਿਲ ਪੋਜੀਸ਼ਨ ਦੇ ਉੱਪਰ of your formaldehyde क्योंकि ਇੱਥੇ ਅਟੈਕ ਕਰੇਗਾ ਤਾਂ ਧਿਆਨ ਰੱਖਣਾ ਇਹ that group will be converted into your ठीक है कद ਵਿੱਚ ਕਨਵਰਟ ਹੋਏਗਾ ਐਸਿਡ ਕਿਉਂਕਿ ਬੇਸ ਦੀ ਪ੍ਰੈਜ਼ੈਂਸ ਕਰ ਰਹੇ ਹਾਂ ਤਾਂ ਓਵਰਆਲ ਤੁਹਾਡੇ ਕੋਲ ਸਾਲਟ ਬਣੇਗਾ ਔਰ ਜੋ ਤੁਹਾਡਾ राजी बनेगा जो थोड़े कोल बेंजल्डिहाइड है दैट इज कन्वर्टेड इनटू योर अल्कोहल तो कैनिजारो रिएक्शन बेटा दैट इज अ काइंड ऑफ योर डिसप्रपोर्शनेशन रिएक्शन ਇਹਦੇ ਵਿੱਚ ਕੀ ਹੁੰਦਾ ਹੈ ਤੁਹਾਡਾ ਇੱਕ ਜੋ ਤੁਹਾਡੇ ਕੋਲ ਮੋਲੀਕਿਊਲ ਹੁੰਦਾ ਹੈ ਉਹ ਆਕਸੀਡਾਈਜ਼ਡ ਹੁੰਦਾ ਹੈ ਔਰ ਦੂਸਰਾ ਮੋਲੀਕਿਊਲ ਕੀ ਹੁੰਦਾ ਹੈ ਤੁਹਾਡੇ ਕੋਲੇ ਰਿਡਿਊਸ ਹੁੰਦਾ ਹੈ ਤੁਸੀਂ ਅਗਰ ਦੇਖ ਸਕਦੇ ਹੋ ਤਾਂ ਤੁਸੀਂ ਦੇਖੋ ਜੇ ਤੁਹਾਡੇ ਕੋਲੇ एल्डिहाइड ਸੀਗਾ ਫਾਰਮੈਲਡੀਹਾਈਡ that is getting oxidized to alcohol ਤਾਂ ਉਹ ਆਕਸੀਡਾਈਜ਼ਡ ਹੋ ਰਿਹਾ ਐਲਕੋਹਲ ਦੇ ਵਿੱਚ ਐਸਿਡ ਦੇ ਵਿੱਚ ਔਰ ਜੋ ਤੁਹਾਡੇ ਕੋਲ ਬੈਂਜ਼ੈਲਡੀਹਾਈਡ ਸੀ that is getting reduced to your alcohol ਤਾਂ ਇਹਦੇ ਵਿੱਚ ਕੀ ਹੁੰਦਾ ਹੈ ਇੱਕ ਮੋਲੀਕਿਊਲ ਤੁਹਾਡਾ ਆਕਸੀਡਾਈਜ਼ਡ ਹੁੰਦਾ ਹੈ ਔਰ ਦੂਸਰਾ ਮੋਲੀਕਿਊਲ ਤੁਹਾਡਾ ਰਿਡਿਊਸਡ ਹੁੰਦਾ ਹੈ that is an example of disproportionation reaction ਔਰ ਇਹ ਉਹਨਾਂ ਵਿੱਚ ਹੁੰਦਾ ਹੈ ਜਿਨ੍ਹਾਂ ਵਿੱਚ ਅਲਫਾ ਹਾਈਡਰੋਜਨਸ ਪ੍ਰੈਜ਼ੈਂਟ ਨਹੀਂ ਹੁੰਦੇ बहुत ही ध्यान ਦੇ ਨਾਲ ਕੁਐਸਚਨਸ ਨੂੰ ਕਰਨਾ ਹੈ ਇੱਕ ਇੱਕ ਚੀਜ਼ ਦੱਸ ਰਿਹਾ ਹਾਂ ਚੀਜ਼ਾਂ ਨੂੰ ਡੈਫੀਨਿਟਲੀ ਹੋਰ ਵੀ ਬਾਰੀਕਲੀ ਸਮਝਣਾ ਹੈ ਕਿੱਦਾਂ ਮੈਕੈਨਿਜ਼ਮ ਅਪਰੋਚ ਨੇ ਤੁਸੀਂ ਮੇਰਾ ਨਵਾਂ ਬੈਚ ਸਟਾਰਟ ਹੋ ਚੁੱਕਿਆ ਹੈ ਆਲਰੇਡੀ ਤੁਸੀਂ ਜੁਆਇਨ ਕਰ ਸਕਦੇ ਹੋ ਕਿਤੇ ਵੀ ਡਾਊਟ ਹੈ ਕਮੈਂਟ ਸੈਕਸ਼ਨ ਚ ਲਿਖ ਦਿਓ ਰਾਜੇ ਨੈਕਸਟ ਹੈ ਵਿਚ ਆਫ ਦਾ ਫੋਲੋਇੰਗ ਕੰਪਾਊਂਡ ਅੰਡਰਗੋਸ ਕੈਨੀਜ਼ਾਰੋ ਦੇਖੋ ਕੈਨੀਜ਼ਾਰੋ ਲਈ ਹੁਣੀ ਦੱਸਿਆ ਹੈ ਕੈਨੀਜ਼ਾਰੋ ਦੇ ਲਈ ਕੀ ਹੁੰਦਾ ਹੈ ਨੋ ਅਲਫਾ ਹਾਈਡਰੋਜਨ ਜਿਹਦੇ ਵਿੱਚ ਅਲਫਾ ਹਾਈਡਰੋਜਨ ਐਟਮ ਪ੍ਰੈਜ਼ੈਂਟ ਨਹੀਂ ਹੁੰਦੇ ਉੱਥੇ ਯੂਜ਼ ਕਰ ਸਕਦੇ ਹੋ ਤਾਂ ਦੇਖੋ ਇੱਥੇ ਅਲਫਾ ਹਾਈਡਰੋਜਨਸ ਹੈ ठीक है एक कार्बोनिल ग्रुप है कार्बोनिल ग्रुप ਦੇ ਨਾਲ ਵਾਲਾ ਅਲਫਾ ਹਾਈਡਰੋਜਨਸ ਪ੍ਰੈਜ਼ੈਂਟ ਹੈ ਬੈਂਜ਼ੈਲਡੀਹਾਈਡ ਵਿੱਚ ਕਿਤੇ ਵੀ ਅਲਫਾ ਹਾਈਡਰੋਜਨਸ ਨਹੀਂ ਹੁੰਦੇ ਕਾਰਬੋਨਿਲ ਗਰੁੱਪ ਦੇ ਨਾਲ ਅਲਫਾ ਹਾਈਡਰੋਜਨਸ ਪ੍ਰੈਜ਼ੈਂਟ ਨੇ ਤਾਂ ਇਹ ਤਿੰਨੇ A B ਤੇ C A B ਤੇ D ਇਹ ਤੁਹਾਡੀਆਂ ਐਲਡੋਲ ਰਿਐਕਸ਼ਨਸ ਦੇ ਸਕਦੇ ਨੇ ਔਰ ਜੋ ਥੋੜਾ C ਹੈ that will give your
Cannizzaro reaction. Next question, कहंदे the product formed in the aldol condensation of formaldehyde ਹੁਣੇ ਹੁਣੇ ਮੈਂ ਤੁਹਾਨੂੰ ਉੱਪਰ ਵੀ ਰਿਐਕਸ਼ਨ ਕਰਵਾਈ ਸੀ ਕਿ formaldehyde ਦੇ ਵਿੱਚ ਜਦੋਂ ਆਪਾਂ formaldehyde ਦੀ ਰਿਐਕਸ਼ਨ ਸੌਰੀ acetaldehyde ਦੀ ਰਿਐਕਸ਼ਨ ਆਪਾਂ ਬੇਸਿਕ ਜਾਂ ਐਸਿਡਿਕ ਕੰਡੀਸ਼ਨ ਚ ਕਰਦੇ ਹਾਂ ਸੋ देयर विल बी अ ਫਾਰਮੇਸ਼ਨ ਆਫ योर ਬੀਟਾ ਹਾਈਡਰੋਕਸੀ ਕਾਰਬੋਨਿਲ ਕੰਪਾਊਂਡ ਤਾਂ ਤੁਹਾਡੇ ਕੋਲ ਕੀ ਬਣਦਾ ਹੈ ਇੱਕ ਬੀਟਾ ਹਾਈਡਰੋਕਸੀ ਕੰਪਾਊਂਡ ਦੀ ਕੀ ਹੁੰਦੀ ਹੈ ਫਾਰਮੇਸ਼ਨ ਹੁੰਦੀ ਹੈ ਸੋ ਦਿਸ ਇਜ਼ योर ਬੀਟਾ ਹਾਈਡਰੋਕਸੀ बीटा हाइड्रोक्सी कार्बोनिल कंपाउंड बनता है नेमली दा नाम के 1 2 3 4 द थर्ड नंबर ते हाइड्रोक्सी ग्रुप है तो तुसी लिख सकते 3 हाइड्रोक्सी ब्यूटेनल ता ए कंपाउंड अपने कोल बनता है देखो अपने कोल रिएक्शंस की लिखा है कंडेंसेशन कंडेंसेशन का मतलब कि हीट करना है द सेकंड नंबर तो हाइड्रोजन और थर्ड नंबर तो थोड़ा OH ग्रुप जाएगा वाटर बाहर निकलेगा तो अपने को आहा प्रोडक्ट बनेगा और जो ये प्रोडक्ट बनेगा कॉमन नाम की होंगे थोड़ा क्रोटोन एल्डिहाइड दैट इज नोन एज योर क्रोटोन एल्डिहाइड ध्यान रखना अगर क्वेश्चन च एल्डोल प्रोडक्ट पूछ दे देन द आंसर विल बी सी ऑप्शन पर कंडेंसेशन पूछे तो अपने को फाइनल प्रोडक्ट की बनूगा तो देखो क्रोटोन एल्डिहाइड तो इसका नाम है क्रोटोन एल्डिहाइड तो की आंसर बनेगा ए ऑप्शन नेक्स्ट है तो देखो ले एल्डोल कंडेंसेशन इनिशियली गिव्स द एल्डोल कंडेंसेशन आ तो देखो एल्डोल कंडेंसेशन प्रोडक्ट है ਤਾਂ ਐਲਡੋਲ ਕੰਡੈਂਸੇਸ਼ਨ ਤੋਂ ਪਹਿਲਾਂ ਕਿਹੜਾ ਪ੍ਰੋਡਕਟ ਬਣਦਾ ਦੇਖੋ ਵਿਚ ਪ੍ਰੋਡਕਟ ਕਿਹੜਾ ਬਣਦਾ ਹੈ ਬੀਟਾ ਹਾਈਡਰੋਕਸੀ ਐਲਡੀਹਾਈਡ ਤਾਂ ਕਿਹੜਾ ਬਣਦਾ ਹੈ ਬੀਟਾ ਇਹ ਥੋੜਾ ਬਣਦਾ ਹੈ ਐਲਡੋਲ ਪ੍ਰੋਡਕਟ ठीक है और थोड़े को जो अल्फा कोमा बीटा अनसैचुरेटेड कंपाउंड बनता है दैट इज योर एल्डोल कंडेंसेशन प्रोडक्ट दैट इज योर एल्डोल कंडेंसेशन प्रोडक्ट नेक्स्ट क्वेश्चन कहते पर्किंग रिएक्शन इज जनरली यूज्ड फॉर द प्रिपरेशन ऑफ देखो पर्किंग रिएक्शन थोड़ियां जो भी एल्डोल रिएक्शन सी ये सारियां बेंजोइन कंडेंसेशंस है ना ये सारियां रिएक्शन थोड़ियां कार्बोनिल कंपाउंड दी रिएक्शंस होंदियां ने और ध्यान रखना जो पर्किन रिएक्शन है स्पेशली थोड़ी यूज की जाती है फॉर द फॉर्मेशन ऑफ योर सिनेमिक एसिड ठीक है सिनेमिक एसिड की प्रिपरेशन के लिए आप पर्किन रिएक्शन यूज करते हैं सो दैट इज बेसिकली फॉर द प्रिपरेशन ऑफ एरोमेटिक एसिड्स कंटेनिंग डबल बॉन्ड देखो ये ਹੁੰਦਾ ਕੀ ਹੈ ਆਪਾਂ ਜੋ ਪ੍ਰੋਡਕਟ ਲੈਣੇ ਹਾਂ ਉਹ ਤੁਹਾਡਾ ਕੀ ਹੁੰਦਾ ਹੈ ਆਪਾਂ ਸਟਾਰਟ ਕਰਦੇ ਹਾਂ ਇੱਥੇ ਤੁਹਾਡੇ ਬੈਂਜ਼ੈਲਡੀਹਾਈਡ ਤੋਂ ਤਾਂ ਇੱਥੇ ਬੈਂਜ਼ੈਲਡੀਹਾਈਡ ਦੀ ਰਿਐਕਸ਼ਨ ਹੁੰਦੀ ਹੈ ਠੀਕ ਹੈ ਔਰ ਉਹਦੀ ਰਿਐਕਸ਼ਨ ਆਪਾਂ ਕਰਵਾਦੇ ਹਾਂ ਐਸਿਟਿਕ ਐਨਹਾਈਡਰਾਈਡ ਦੇ ਨਾਲ एसिडिक एनहाइड्राइड इन द प्रेजेंस ऑफ योर सोडियम एसीटेट जो कि थोड़े कोल बेस का काम करता है और थोड़े कोल की करता है अपने एसिडिक एनहाइड्राइड तो अल्फा हाइड्रोजन अबस्ट्रैक्ट करता है और थोड़े कार्बोनिल कंपाउंड ते की करता है अटैक करता है ਜਦੋਂ ही कार्बोनिल कंपाउंड ते अटैक करता है ਤਾਂ ਵਾਟਰ ਦੇ ਲੂਜ਼ ਹੋਣ ਤੋਂ ਆਪਣੇ ਕੋਲ ਜੋ ਫਾਈਨਲ ਪ੍ਰੋਡਕਟ ਬਣਦਾ ਹੈ ਦੇਖੋ ਮੈਂ ਡਾਇਰੈਕਟ ਪ੍ਰੋਡਕਟ ਬਣਾ ਰਿਹਾ ਹਾਂ ਤੁਸੀਂ ਇਸ ਨੂੰ ਕਰਕੇ ਜ਼ਰੂਰ ਦੇਖਿਓ ਤਾਂ ਆਪਣੇ ਕੋਲ ਇਹ ਫਾਈਨਲ ਪ੍ਰੋਡਕਟ ਬਣਦਾ ਹੈ ਔਰ ਜਦੋਂ ਇਹ ਫਾਈਨਲ ਪ੍ਰੋਡਕਟ ਫਰਦਰ ਆਪਾਂ ਹਾਈਡਰੋਲਿਸਿਸ ਦੇ ਵਿੱਚ ਕਰ ਦਿੰਦੇ ਹਾਂ ਤਾਂ ਹਾਈਡਰੋਲਿਸਿਸ ਜਾਣ ਤੋਂ ਬਾਅਦ ਆਪਣੇ ਕੋਲ ਜੋ ਫਾਈਨਲ ਪ੍ਰੋਡਕਟ ਤੇ ਨਿਕਲ ਕੇ ਆਂਦਾ ਹੈ दैट इज योर सिनेमिक एसिड ਤਾਂ ਇਸ ਕੰਪਾਊਂਡ ਨੂੰ ਸ਼ਾਰਟ ਦੇ ਵਿੱਚ ਨਾ ਆਪਾਂ ਇਦਾਂ ਵੀ ਲਿਖਦੇ ਹਾਂ PH CH डबल बॉन्ड CH COOH ਤਾਂ ਇਸ ਨੂੰ ਆਪਾਂ ਸਿਨੈਮਿਕ ਐਸਿਡ ਲਿਖ ਦਿੰਨੇ ਹਾਂ ਸ਼ਾਰਟ ਦੇ ਵਿੱਚ ਨਾ ਇੱਕ ਕਾਮਨ ਨੇਮ ਹੈ ਸਿਨੈਮਿਕ ਐਸਿਡ ਦਾ ਤਾਂ ਇਸ ਨੂੰ ਆਪਾਂ ਸਿਨੈਮਿਕ ਐਸਿਡ ਲਿਖ ਦਿੰਨੇ ਹਾਂ ਤਾਂ ਚੀਜ਼ਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਟਾਰਟਿੰਗ ਮਟੀਰੀਅਲ ਕੀ ਹੈ ਪਰਕਿਨ ਦਾ ਹੈ ਨਾ ਸੋ दैट इज योर बेंजाल्डिहाइड ओके नेक्स्ट रिएक्शन कहते सिनेमिक एसिड इज प्रिपेयर्ड बाय है ना दैट इज योर पर्किन रिएक्शन नेक्स्ट कहते विच रिड्यूसिंग एजेंट इज यूज्ड इन द क्लेमेंसन रिडक्शन तो देखो क्लेमेंसन रिडक्शन जो हुई है ये बेसिकली की होंगे थोड़े कार्बोनिल कंपाउंड नु एल्केन विच कन्वर्ट कर देंदी है ठीक है कार्बोनिल कंपाउंड नु एल्केन विच कर देंदी है तो दो ਆਪਾਂ ਇੱਥੇ ਰੀਜੈਂਟਸ ਯੂਜ਼ ਕਰਦੇ ਹਾਂ ਇੱਕ ਹੁੰਦਾ ਥੋੜਾ क्लेमेंसन रिडक्शन ਦੇ ਵਿੱਚ ਆਪਾਂ ਕੀ ਯੂਜ਼ ਕਰਦੇ ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ बेसिकली दैट इज योर जिंक अमलगम इन द एसिडिक मीडियम और दूसरा थोड़ा ਹੁੰਦਾ है वॉल्फ-केशनर रिडक्शन दैट इज योर वॉल्फ-केशनर रिडक्शन ठीक है ਉਹਦੇ ਵਿੱਚ ਆਪਾਂ ਕੀ ਯੂਜ਼ ਕਰਦੇ ਹਾਂ ਤੁਹਾਡੇ ਕੋਲੇ ਹਾਈਡਰੋਜਨ ਇਨ ਦਾ ਬੇਸਿਕ ਮੀਡੀਅਮ ਦੇਖੋ ਦੋਨਾਂ ਵਿੱਚ ਇੱਕ ਹੀ ਡਿਫਰੈਂਸ ਹੈ ਕਿ ਵॉल्फ-केशनर ਕੇ ਧਿਆਨ ਰੱਖਣਾ ਕੇ ਇੱਥੇ ਧਿਆਨ ਰੱਖਣਾ ਕਿ ਵॉल्फ-केशनर ਰਿਡਕਸ਼ਨ ਆਪਾਂ ਬੇਸਿਕ ਮੀਡੀਅਮ ਚ ਕਰਵਾਉਂਦੇ ਹਾਂ ਔਰ क्लेमेंसन ਰਿਡਕਸ਼ਨ ਆਪਾਂ ਐਸਿਡਿਕ ਮੀਡੀਅਮ ਦੇ ਵਿੱਚ ਕਰਵਾਇਆ ਜਾਂਦਾ ਹੈ ਤਾਂ ਕੁਐਸਚਨ ਚ क्लेमेंसन ਪੁੱਛਿਆ ਗਿਆ ਸੀ ਤਾਂ ਆਨਸਰ ਕੀ ਆਏਗਾ ਆਪਣਾ बी ऑप्शन नेक्स्ट वॉल्फ-केशनर पूछ लिया फिर देखो केडी कंडीशन च आ रहा है थोड़ा बेसिक कंडीशन च आंदा है तो 13th क्वेश्चन का आंसर की बनेगा थोड़े कोले सी ऑप्शन ठीक है चीज़ों को बड़े ध्यान नाल देखियो मैं बार-बार कह रहा हां इसे करके मैं नाल सारा कुछ कवर करवा रहा हां ताकि ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਇੱਥੇ ਨਾ
ਨੈਕਸਟ ਹੈ ਕਹਿੰਦੇ ਕਲੇਮੈਂਸਨ ਰਿਡਕਸ਼ਨ, ਜਿੱਦਾਂ ਕਿ ਦੱਸਿਆ ਕਲੇਮੈਂਸਨ ਰਿਡਕਸ਼ਨ ਕੀ ਕਰਦਾ ਹੈ, ਜਿਵੇਂ ਮੰਨ ਲਓ ਤੁਹਾਡੇ ਕੋਲ ਕੀ ਦਿੱਤਾ ਹੋਇਆ ਐਸੀਟੋਨ ਹੈ, ਤਾਂ ਅਗਰ ਤੁਸੀਂ ਐਸੀਟੋਨ ਤੋਂ ਪ੍ਰੋਪੇਨ ਬਣਾਉਣਾ ਹੈ CH3 CH2 CH3, ਤਾਂ ਤੁਸੀਂ ਕੀ ਯੂਜ਼ ਕਰ ਸਕਦੇ ਹੋ ਇੱਥੇ ਬਈ, ਯੂ ਕੈਨ ਯੂਜ਼ ਯੋਰ ਕਲੇਮੈਂਸਨ ਰਿਡਕਸ਼ਨ ਯੂਜ਼ ਕਰ ਸਕਦੇ ਹੋ, ਯੂ ਕੈਨ ਯੂਜ਼ ਯੋਰ ਵੋਲਫਨਰੇਸ਼ਨ ਰਿਡਕਸ਼ਨ ਯੂਜ਼ ਕਰ ਸਕਦੇ ਹੋ, ਵੋਲਫਿਕੇਸ਼ਨ ਰਿਡਕਸ਼ਨ ਯੂਜ਼ ਕਰ ਸਕਦੇ ਹੋ। ਤਾਂ ਇੱਥੇ ਬੇਸਿਕਲੀ ਕੀ ਹੈ, ਤੁਹਾਡੇ ਕੋਲ ਜੋ ਕਾਰਬੋਨਿਲ ਕੰਪਾਊਂਡ ਹੈ that is converted into your CH2 ਮੋਲੀਕਿਊਲ, ਤਾਂ ਉਹ ਤੁਹਾਡੇ ਕੋਲ ਕੀ ਹੈ ਐਲਕੇਨ ਦੇ ਵਿੱਚ ਕਨਵਰਟ ਹੋ ਜਾਂਦਾ ਹੈ, ਤਾਂ ਤੁਹਾਡੇ ਕੋਲ ਜੋ ਕੀਟੋਨ ਹੈ that is getting converted into your alkane part। ਧਿਆਨ ਰੱਖਣਾ, ਤਾਂ ਇਸ ਕੁਐਸਚਨ ਦਾ ਆਨਸਰ ਕੀ ਬਣਨਾ ਸੀ ਤੁਹਾਡਾ, ਬੀ ਆਪਸ਼ਨ। ਨੈਕਸਟ ਕੀ ਹੈ, ਕਹਿੰਦੇ ਵਿਚ ਰਿਐਕਸ਼ਨ converts carbonyl compounds into hydrocarbons under strongly basic condition। same question repeat ਹੋ ਗਿਆ ਹੈ, that is your Wolff-Rayleigh reduction, ਜਿਹਦੇ ਵਿੱਚ ਆਪਾਂ ਕਾਰਬੋਨਿਲ ਕੰਪਾਊਂਡ ਨੂੰ ਆਪਣੇ ਐਲਕੇਨ ਪਾਰਟ ਦੇ ਵਿੱਚ ਕਨਵਰਟ ਕਰਦੇ ਹਾਂ। ਨੈਕਸਟ ਹੈ ਹੈਲ-ਵੋਹਲਾਰਡ-ਜ਼ੈਲਿੰਸਕੀ ਰਿਐਕਸ਼ਨ ਇਨਵੋਲਵਸ ਅਲਫਾ ਹੈਲੋਜੀਨੇਸ਼ਨ ਆਫ। ਦੇਖੋ ਬੇਸਿਕਲੀ ਜੋ ਥੋੜੀ ਬਹੁਤ ਹੀ ਇੱਕ ਯੂਨੀਕ ਰਿਐਕਸ਼ਨ ਹੈਗੀ ਹੈ ਤੁਹਾਡੀ ਕਾਰਬੋਕਸਿਲਿਕ ਐਸਿਡਸ ਦੀ, ਹੈਲ-ਵੋਹਲਾਰਡ-ਜ਼ੈਲਿੰਸਕੀ ਰਿਐਕਸ਼ਨ, ਜਿਸ ਨੂੰ ਆਪਾਂ ਸ਼ਾਰਟ ਦੇ ਵਿੱਚ ਨਾ HVZ ਰਿਐਕਸ਼ਨ ਵੀ ਬੋਲ ਦਿੰਦੇ ਹਾਂ। ਤਾਂ ਇਹਦੇ ਵਿੱਚ ਹੁੰਦਾ ਕੀ ਹੈ, ਮੰਨ ਲਓ ਤੁਹਾਡੇ ਕੋਲ ਇਦਾਂ ਦਾ ਕੋਈ ਕੰਪਾਊਂਡ ਹੈ, ਠੀਕ ਹੈ, ਤੁਹਾਡੇ ਕੋਲ ਇੱਕ ਕਾਰਬੋਕਸਿਲਿਕ ਐਸਿਡ ਹੈ, ਇਸ ਦੀ ਜੋ ਅਲਫਾ ਪੋਜੀਸ਼ਨ ਹੁੰਦੀ ਹੈ ਨਾ that is getting attached with your ਹੈਲੋਜੀਨੇਸ਼ਨ, ਤਾਂ ਉੱਥੇ ਹੈਲੋਜੀਨੇਸ਼ਨ ਹੋ ਜਾਂਦੀ, ਤੇ ਇੱਕ ਅਲਫਾ ਗਰੁੱਪ ਅਟੈਚਡ ਹੋ ਜਾਂਦਾ ਹੈ। ਫੋਰ ਐਗਜ਼ਾਮਪਲ ਤੁਸੀਂ ਬ੍ਰੋਮੀਨ ਇਨ ਦਾ ਪ੍ਰੈਜ਼ੈਂਸ ਆਫ ਰੈਡ ਫੋਸਫੋਰਸ ਰਿਐਕਸ਼ਨ ਕਰ ਰਹੇ ਹੋ, ਤਾਂ ਉੱਥੇ ਕੀ ਹੋਏਗਾ, ਇੱਕ ਅਲਫਾ ਜੋ ਹਾਈਡਰੋਜਨ ਹੈ that is getting replaced by your ਹੈਲੋਜਨ ਗਰੁੱਪ, ਤਾਂ ਇੱਕ ਹੈਲੋਜਨ ਗਰੁੱਪ ਦੇ ਨਾਲ ਕੀ ਹੋ ਜਾਂਦਾ ਹੈ, ਤੁਹਾਡਾ ਰਿਪਲੇਸ ਹੋ ਜਾਂਦਾ ਹੈ। ਤਾਂ ਇੱਥੇ ਪ੍ਰੋਡਕਟ ਕੀ ਬਣਦਾ ਹੈ ਤੁਹਾਡੇ ਕੋਲੇ, ਅਲਫਾ ਬ੍ਰੋਮੋ कार्बोक्सिलिक एसिड बनता है, अल्फा हेलो कार्बोक्सिलिक एसिड बनता है इन जनरल। अगर मैं गल करा तो क्वेश्चन नंबर 16 कादे लई इन्वॉल्व होंदा है, फॉर कार्बोक्सिलिक एसिड दे। नेक्स्ट है इन HVZ रिएक्शन, बिल्कुल शॉर्ट दे विच जिद्दां कि मैं तुहानूं दस्सिया हैलोजिनेशन किस कार्बन ते हुंदी है, तुहानूं दस्सिया हुणे अल्फा कार्बन ते हुंदी है। ध्यान रखना अल्फा कार्बन वो कार्बन हुंदा है जो थोड़े फंक्शनल ग्रुप दे नाल अटैच्ड हुंदा है, दैट इज नोन एज योर अल्फा कार्बन। नेक्स्ट हॉफमैन ब्रोमोमाइड डिग्रेडेशन, बहुत ही इंपॉर्टेंट रिएक्शन। ਇਹਦੇ ਵਿੱਚ ਕੀ ਹੁੰਦਾ ਹੈ, ਕਹਿੰਦੇ ਅਮਾਈਡ ਨੂੰ ਕੱਚ ਕਨਵਰਟ ਕਰਦਾ ਹੈ ਅਮੀਨ ਦੇ ਵਿੱਚ, ਹੈ ਨਾ, ਔਰ ਇੱਕ ਕਾਰਬਨ ਘੱਟ ਹੁੰਦਾ। ਦੇਖੋ ਧਿਆਨ ਨਾਲ, ਤੁਹਾਡੇ ਕੋਲ ਆ ਹੈ CH3 C ਡਬਲ ਬੌਂਡ O NH2, ਤਾਂ ਇਹਦੀ ਰਿਐਕਸ਼ਨ ਜਦੋਂ ਤੁਸੀਂ ਕਰਦੇ ਹੋ ਇਨ ਦਾ ਪ੍ਰੈਜ਼ੈਂਸ ਆਫ ਬ੍ਰੋਮੀਨ ਬੇਸ NaOH, ਹੈ ਨਾ, ਤਾਂ ਕੀ ਹੁੰਦਾ ਹੈ, ਇਹ ਜਿਹੜਾ ਗਰੁੱਪ ਹੈ ਨਾ ਕਾਰਬੋਨਿਲ ਗਾਇਬ ਹੋ ਜਾਂਦਾ ਹੈ, ਤਾਂ ਤੇ ਪ੍ਰੋਡਕਟ ਕੀ ਬਣਦਾ, ਸਿਰਫ ਅਮੀਨ ਬਣਦਾ ਹੈ। ਤੁਸੀਂ ਦੇਖੋ ਰਿਐਕਟੈਂਟ ਦੇ ਵਿੱਚ ਕਾਰਬਨ ਕਿੰਨੇ ਸੀ, 2, ਪ੍ਰੋਡਕਟ ਦੇ ਵਿੱਚ ਕਾਰਬਨ ਕਿੰਨੇ ਹੈ, 1, है ना, और इतने जो थोड़े कोल प्रोडक्ट बनता है वो की बनता है साइड प्रोडक्ट Na2CO3 प्लस NaBr, है ना, ये प्रोडक्ट थोड़े साइड प्रोडक्ट्स बनते ने इस रिएक्शन दे विच, और वाटर भी एलिमिनेट करता है। इस रिएक्शन का नाम है हॉफमैन ब्रोमामाइड डिग्रेडेशन। और इतने जो थोड़े कोल प्रोडक्ट्स बनते ने नाइट्रेन इंटरमीडिएट बनता है, जो कि थोड़ा रीअरेंज होकर कादे विच कन्वर्ट होता है, एल्काइल आइसोसाइनाइड ਦੇ ਵਿੱਚ ਕਨਵਰਟ ਹੁੰਦਾ ਹੈ ਨਾ, ਆਈਸੋਸਾइनेट ਦੇ ਵਿੱਚ ਕਨਵਰਟ ਹੁੰਦਾ ਹੈ। ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਕਿ ਕਿਸ ਰਿਐਕਸ਼ਨ ਦੇ ਵਿੱਚ ਕਿਹੜਾ ਇੰਟਰਮੀਡੀਏਟ ਬਣ ਰਿਹਾ ਹੈ, ਰੀਅਰੇਂਜਡ ਪ੍ਰੋਡਕਟ ਕੀ ਹੁੰਦਾ ਹੈ ਨਾ, ਔਰ ਜਦੋਂ ਇਸ ਦੀ ਹਾਈਡਰੋਲਿਸਿਸ ਕਰਦੇ ਹੋ that is going to converted into your ਅਮਾਈਨ ਗਰੁੱਪ। ਤਾਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ, ਅਗਰ ਪਤਾ ਨਹੀਂ ਤਾਂ ਹੀ ਕਰ ਸਕਦੇ ਹੋ, ਮੈਂ ਬਾਰ-ਬਾਰ ਕਹਿ ਰਿਹਾ ਹਾਂ, ਹੈ ਨਾ। ਤਾਂ ਵਿਚ ਰੀਜਨ ਕਹਿੰਦੇ ਆਪਾਂ ਯੂਜ਼ ਕਰਦੇ ਹਾਂ ਹੌਫਮੈਨ ਬ੍ਰੋਮਾਮਾਈਡ ਦੇ ਲਈ, ਤੇ ਇਸ ਕੁਐਸਚਨ ਦਾ ਆਨਸਰ ਕੀ ਆਣਾ ਤੁਹਾਡੇ ਕੋਲੇ, ਇਹ ਆਪਸ਼ਨ, ਹੈ ਨਾ। ਇਹ ਤੁਹਾਡੇ ਕੋਲ ਵੁਡਸ ਰਿਐਕਸ਼ਨ ਚ ਯੂਜ਼ ਕਰਦੇ ਆ ਆਪਾਂ, ਇਹ ਤੁਹਾਡਾ ਕਲੇਮੈਂਸਨ ਰਿਡਕਸ਼ਨ ਦਾ ਪਾਰਟ ਹੈ, ਔਰ ਇਹ ਤੁਸੀਂ ਕਦੋਂ ਯੂਜ਼ ਕਰਦੇ ਹੋ, ਜਦੋਂ ਤੁਸੀਂ ਹੈਲੋਜੀਨੇਸ਼ਨ ਕਰਨੀ ਹੈ अपने एरोमेटिक कंपाउंड के ऊपर, है ना, एरोमेटिक सब्सटीट्यूशन करनी है। मान लो एक थोड़े कोल बेंजीन है, बेंजीन के ऊपर Cl ग्रुप अटैच्ड करवाना है, तो तुसी इत्थे आह रिएक्शन यूज कर सकते हो, दैट इज योर इलेक्ट्रोफिलिक सब्सटीट्यूशन रिएक्शन। नेक्स्ट क्वेश्चन नंबर 20, ਕਹਿੰਦੇ ਦਾ ਨੰਬਰ ਆਫ ਕਾਰਬਨ ਐਟਮਸ ਡਿਕਰੀਜ਼ਸ ਬਾਈ 1। ਹੁਣੇ ਦੇਖਿਆ ਕਿ ਇਸ ਰਿਐਕਸ਼ਨ ਦੇ ਵਿੱਚ ਇੱਕ ਕਾਰਬਨ ਐਟਮ ਘਟ ਜਾਂਦਾ ਹੈ ਐਸ ਕੰਪੇਅਰ ਟੂ ਰਿਐਕਟੈਂਟ, दैट इज योर ਹੌਫਮੈਨ ਬ੍ਰੋਮਾਮਾਈਡ ਡਿਗਰੇਡੇਸ਼ਨ। ਦੇਖੋ ਇਹਦੇ ਵਿੱਚ ਤਾਂ ਡਬਲ ਹੁੰਦੇ ਨੇ ਵੁਡਸ ਰਿਐਕਸ਼ਨ ਦੇ ਵਿੱਚ, ਪਰਕਿਨ ਰਿਐਕਸ਼ਨ ਦੇ ਵਿੱਚ ਵੀ ਤੁਸੀਂ ਦੇਖੋਗੇ ਆਪਣੇ ਨੰਬਰ ਆਫ ਕਾਰਬਨ ਐਟਮਸ ਵੱਧਦੇ ਨੇ। ਐਲਡੋਲ ਰਿਐਕਸ਼ਨ ਦੇ ਵਿੱਚ ਵੀ ਕਿਉਂਕਿ ਦੋ ਗਰੁੱਪਸ, ਦੋ ਮੋਲੀਕੂਲਸ ਜੁੜਦੇ ਨੇ, ਤਾਂ ਉਹਦੇ ਵਿੱਚ ਵੀ ਨੰਬਰ ਆਫ ਜੋ ਕਾਰਬਨ ਐਟਮਸ ਨੇ ਉਹ ਇਨਕਰੀਜ਼ ਕਰਦੇ ਨੇ, ਆਲਮੋਸਟ ਡਬਲ ਹੁੰਦੇ ਨੇ। ਤਾਂ ਘਟਦੇ ਕਿਹਦੇ ਵਿੱਚ ਨੇ, ਸਿਰਫ ਹੌਫਮੈਨ ਬ੍ਰੋਮਾਮਾਈਡ डिग्रेडेशन दे विच। नेक्स्ट क्वेश्चन नंबर 21, कहते विच रिएक्शन गिव्स बाइफिनाइल एज अ प्रोडक्ट। देखो मैं ऑलरेडी दस्या होया है बाइफिनाइल प्रोडक्ट कादे विच मिलदा है, थोड़ा फिटिक रिएक्शन दे विच थानू देखण नू मिलदा है, जिहदे विच आपां दोनों प्रोडक्ट की लैंदे ने एराइल
ਹੈਲਾਈਡਸ ਆਪਾਂ ਯੂਜ਼ ਕਰਦੇ ਹਾਂ ਇਨ ਦਾ ਪ੍ਰੈਜ਼ੈਂਸ ਆਫ ਸੋਡੀਅਮ ਡਰਾਈ ਈਥਰ ਔਰ ਆਪਣੇ ਕੋਲ ਪ੍ਰੋਡਕਟ ਕੀ ਬਣਦਾ ਹੈ ਦੋ ਆਪਣੇ ਕੋਲੇ ਰਿੰਗ ਜੋ ਸਟਰਕਚਰਸ ਨੇ ਹੈ ਨਾ ਬੈਂਜ਼ੀਨ ਸਟਰਕਚਰ ਆਪਸ ਅਟੈਚਡ ਹੋ ਜਾਂਦੇ ਨੇ ਸੋ दैट इज योर फिटिक रिएक्शन ठीक है वुड्स रिएक्शन ऑलरेडी डिस्कस कर लिए बेटा कैनिजारो आप डिस्कस कर चुके हैं HVZ रिएक्शन आप ऑलरेडी डिस्कस कर चुके हैं नेक्स्ट कहते टॉलुइन किदा बना सकते हो ਹੁਣ देखो टॉलुइन च देखो पार्ट की है एक एल्काइल पार्ट है ਔਰ ਇੱਕ ਦੂਜਾ ਪਾਰਟ ਕਿਹੜਾ ਹੈ ਤੁਹਾਡੇ ਕੋਲੇ ਐਰਾਈਲ ਪਾਰਟ ਹੈ ਤਾਂ ਅਲਕਾਈਲ ਤੇ ਐਰਾਈਲ ਪਾਰਟ ਕਿਹਦੇ ਵਿੱਚ ਲੈਣੇ ਆਪਾਂ ਵੁਡਸ ਫਿਟਿਕ ਰਿਐਕਸ਼ਨ ਦੇ ਵਿੱਚ ਹੈ ਨਾ ਸੋ ਉੱਥੋਂ ਬਣਾ ਸਕਦੇ ਪਰ ਆਪਸ਼ਨ ਦੇ ਵਿੱਚ ਆਪਾਂ ਨੂੰ ਕਿਤੇ ਵੀ ਵੁਡਸ ਫਿਟਿਕ ਦਾ ਨਾਮ ਹੀ ਨਹੀਂ ਹੈ ਫਿਰ ਆਪਣੇ ਕੋਲ ਦੂਸਰਾ ਮੈਥਡ ਕੀ ਹੈ ਸੋ ਦੂਸਰਾ ਮੈਥਡ ਕੀ ਹੈ ਅਲਕਾਈਲ ਗਰੁੱਪ ਅਟੈਚਡ ਹੋ ਰਿਹਾ ਨਾ ਬੈਂਜ਼ੀਨ ਦੇ ਨਾਲ ਸੋ ਦੈਟ ਇਜ਼ योर ਫਰੀਡਲ ਕਰਾਫਟ ਐਲਕਾਈਲੇਸ਼ਨ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਹੈ ਬੈਂਜ਼ੀਨ ਦੀ ਰਿਐਕਸ਼ਨ ਜਦੋਂ ਆਪਾਂ CH3Cl ਦੇ ਨਾਲ ਕਰਦੇ ਹਾਂ ਇਨ ਦਾ ਪ੍ਰੈਜ਼ੈਂਸ ਆਫ योर ਲੂਇਸ ਐਸਿਡ देयर विल बी अ फॉर्मेशन ऑफ टॉलुइन थ्रू इलेक्ट्रोफिलिक सब्स्टिट्यूशन मैकेनिज्म है ना तो ਇਹਦੇ ਵਿੱਚ ਜੋ ਤੁਹਾਡੇ ਕੋਲ CH3 ਪੋਜ਼ਿਟਿਵ ਹੈ ਉਹ ਇਲੈਕਟ੍ਰੋਫਾਈਲ ਜਨਰੇਟ ਹੁੰਦਾ ਹੈ ਔਰ AlCl3 ਲੂਇਸ ਐਸਿਡ ਦਾ ਕੰਮ ਕਰਦਾ ਹੈ ਜੋ ਕਿ ਤੁਹਾਡੇ ਇਲੈਕਟ੍ਰੋਫਾਈਲ ਨੂੰ ਜਨਰੇਟ ਕਰਨ ਦੇ ਵਿੱਚ ਕੀ ਕਰਦਾ ਹੈ ਤੁਹਾਡਾ ਹੈਲਪ ਕਰਦਾ ਹੈ ਨੈਕਸਟ ਕੀ ਹੈ ਐਸੀਟੋਫਿਨੋਨ ਦੇਖੋ ਹੁਣ ਐਸੀਟੋਫਿਨੋਨ ਕੀ ਹੁੰਦਾ ਹੈ ਬੈਂਜ਼ੀਨ ਦੇ ਉੱਪਰ ਜਦੋਂ COCH3 ਗਰੁੱਪ ਲੱਗਦਾ ਹੈ ਇਸ ਗਰੁੱਪ ਨੂੰ ਆਪਾਂ ਬੋਲਦੇ ਅਸਾਈਲ ਗਰੁੱਪ ਤਾਂ ਇਸ ਦਾ ਨਾਮ ਹੈ ਅਸਾਈਲੇਸ਼ਨ ਰਿਐਕਸ਼ਨ that is your Friedel Crafts acylation ਕਿੱਦਾਂ ਬਣਾ ਸਕਦੇ ਹੋ ਬੈਂਜ਼ੀਨ ਦੀ ਰਿਐਕਸ਼ਨ ਜਦੋਂ ਤੁਸੀਂ ਐਸੀਟਾਈਲ ਕਲੋਰਾਈਡ ਦੇ ਨਾਲ ਕਰਦੇ ਹੋ ਇਨ ਦਾ ਪ੍ਰੈਜ਼ੈਂਸ ਆਫ ਲੂਇਸ ਐਸਿਡ AlCl3 ਤਾਂ ਇੱਥੇ ਕੀ ਹੁੰਦਾ ਦੇਖੋ ਧਿਆਨ ਰੱਖਣਾ ਇਹ ਤੁਹਾਡੇ ਕੋਲ ਪੋਲੈਰਿਟੀ ਜਨਰੇਟ ਕਰਦਾ ਹੈ ਇੱਥੇ ਤੁਹਾਡੇ ਕੋਲ ਜੋ ਗਰੁੱਪ ਬਣਦਾ ਹੈ ਉਹ ਤੁਹਾਡੇ ਕੋਲ ਇਦਾਂ ਦਾ ਇੱਕ ਇਲੈਕਟ੍ਰੋਫਾਈਲ ਜਨਰੇਟ ਹੁੰਦਾ ਹੈ ਨਾਟ ਪਿਓਰਲੀ ਬਟ ਜਨਰੇਟ ਹੋ ਸਕਦਾ ਹੈ ਜੋ ਕਿ ਤੁਹਾਡੇ ਬੈਂਜ਼ੀਨ ਦੇ ਉੱਪਰ ਅਟੈਕ ਕਰਕੇ ਤੁਹਾਡੇ ਐਸੀਟੋਫਿਨੋਨ ਦੀ ਫਾਰਮੇਸ਼ਨ ਕਰ ਸਕਦਾ ਹੈ ਤਾਂ ਇਸ ਕੁਐਸਚਨ ਦੇ ਵਿੱਚ ਆਨਸਰ ਕੀ ਬਣੇਗਾ ਤੁਹਾਡਾ A ਆਪਸ਼ਨ नेक्स्ट है विच रिएक्शन इन्वॉल्व्स डिसप्रपोर्शनेशन डिसप्रपोर्शनेशन मतलब ਕੀ ਹੁੰਦਾ ਹੈ ਜਿਹਦੇ ਵਿੱਚ ਇੱਕ ਗਰੁੱਪ ਥੋੜਾ ਆਕਸੀਡਾਈਜ਼ਡ ਹੋ ਰਿਹਾ ਹੈ और दूसरा मॉलिक्यूल की हो रहा है थोड़ा रिड्यूस्ड हो रहा है साइमल्टेनियसली मतलब ठीक है तो आप वो रिएक्शन केड़ी हुंदी है ਆਪਾਂ ਹੁਣੇ ਡਿਸਕਸ ਕੀਤੀ ਸੀ दैट इज योर कैनिजारो रिएक्शन इंटरमीडिएट की फॉर्म ਹੁੰਦਾ ਹੈ ਦੇਖੋ ਜੋ ਥੋੜਾ ਵੋਲਫਿਕੇਸ਼ਨ ਰਿਡਕਸ਼ਨ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਦੇਖੋ ਵੋਲਫਿਕੇਸ਼ਨ ਰਿਡਕਸ਼ਨ ਤੁਸੀਂ ਨਾ ਕਾਰਬੋਨਿਲ ਕੰਪਾਊਂਡਸ ਲਈ ਲੈਂਦੇ ਹੋ ਔਰ ਇੱਥੇ ਤੁਹਾਡੀ ਜੋ ਰਿਐਕਸ਼ਨ ਹੈ ਉਹ ਕਾਦੇ ਨਾਲ ਹੁੰਦੀ ਹੈ ਹਾਈਡਰੋਜਨ ਨਾਲ ਹੁੰਦੀ ਹੈ ਇਨ ਦਾ ਪ੍ਰੈਜ਼ੈਂਸ ਆਫ ਬੇਸ ਤਾਂ ਦੇਖੋ ਸਭ ਤੋਂ ਪਹਿਲਾ ਜੋ ਸਟੈਪ ਹੁੰਦਾ ਹੈ ਉਹ ਕੀ ਇਨਵੋਲਵ ਹੁੰਦਾ ਹੈ देयर विल बी एलिमिनेशन ऑफ वाटर मॉलिक्यूल ਤਾਂ ਇੱਥੇ ਦੇਖੋ ਤੁਹਾਡੇ ਕੋਲ ਕੀ ਬਣਦਾ ਹੈ ਇਸ ਨੂੰ ਆਪਾਂ ਬੋਲਦੇ ਹਾਂ ਹਾਈਡਰਾਜ਼ੋਨ ਇਹ ਹਾਈਡਰਾਜ਼ੀਨ ਹੈ N2H4 ਇਹਨੂੰ ਆਪਾਂ ਹਾਈਡਰਾਜ਼ੀਨ ਬੋਲਦੇ ਹਾਂ ਤਾਂ ਹਾਈਡਰਾਜ਼ੀਨ ਤੋਂ ਜੋ ਕੰਪਾਊਂਡ ਬਣਦਾ ਹੈ ਉਹਨੂੰ ਆਪਾਂ ਬੋਲਦੇ ਹਾਂ ਹਾਈਡਰਾਜ਼ੋਨ ਤਾਂ ਇਸ ਕੁਐਸਚਨ ਦਾ ਆਨਸਰ ਕੀ ਬਣਨਾ ਸੀ A ਆਪਸ਼ਨ ਕੀ ਬਣਨਾ ਸੀ ਤੁਹਾਡਾ A ਆਪਸ਼ਨ नेक्स्ट विच रिएक्शन कांट बी गिवन बाय फॉर्मेल्डिहाइड देखो फॉर्मेल्डिहाइड रहा है तो फॉर्मेल्डिहाइड ਦੇ ਵਿੱਚ ਕੋਈ ਵੀ ਅਲਫਾ ਹਾਈਡਰੋਜਨ ਨਹੀਂ ਹੈ नो अल्फा हाइड्रोजन ਤਾਂ ਅਗਰ ਅਲਫਾ ਹਾਈਡਰੋਜਨ ਨਹੀਂ ਹੈ ਤੇ ਐਲਡੋਲ ਨਹੀਂ ਰਿਐਕਸ਼ਨ ਦੇ ਸਕਦੀ ਧਿਆਨ ਰੱਖਣਾ ਕੈਨਿਜ਼ਾਰੋ ਡੈਫੀਨਿਟਲੀ ਦੇਗੀ ਆਪਾਂ ਕੀਤਾ ਸੀ ਇਹ ਥੋੜਾ ਰਿਡਿਊਸ ਹੋ ਕੇ ਕਾਦੇ ਵਿੱਚ ਕਨਵਰਟ ਹੋਏਗਾ ਤੁਹਾਡੇ एल्कोहल ਦੇ ਵਿੱਚ ਇੱਕ ਕਾਰਬਨ ਵਾਲਾ ਐਲਕੋਹਲ ਔਰ ਅਗਰ ਆਕਸੀਡਾਈਜ਼ ਕਰਦੇ ਹੋ ਤਾਂ ਇੱਕ ਕਾਰਬਨ ਵਾਲਾ ਐਸਿਡ ਮਤਲਬ ਫਾਰਮਿਕ ਐਸਿਡ ਚ ਕਨਵਰਟ ਹੋਏਗਾ ਤਾਂ ਰਿਡਕਸ਼ਨ ਤੇ ਆਕਸੀਡੇਸ਼ਨ ਇਜ਼ ਪੋਸੀਬਲ ਕੈਨਿਜ਼ਾਰੋ ਰਿਐਕਸ਼ਨ ਤੁਸੀਂ ਇਹਦੀ ਕਰੋਗੇ ਤਾਂ ਇੱਕ ਮੋਲੀਕਿਊਲ ਫਾਰਮੈਲਡੀਹਾਈਡ ਦਾ ਆਕਸੀਡਾਈਜ਼ਡ ਹੋ ਜਾਏਗਾ ਐਲਕੋਹਲ ਦੇ ਵਿੱਚ ਔਰ ਦੂਸਰਾ ਤੁਹਾਡਾ ਸੌਰੀ ਇੱਕ ਰਿਡਿਊਸ ਹੋ ਜਾਏਗਾ ਥੋੜਾ ਐਲਕੋਹਲ ਦੇ ਵਿੱਚ ਤੇ ਦੂਸਰਾ ਆਕਸੀਡਾਈਜ਼ ਹੋ ਜਾਏਗਾ ਤੁਹਾਡੇ एसिडिक ग्रुप ਦੇ ਵਿੱਚ नेक्स्ट क्वेश्चन नंबर 27 ਕਹਿੰਦੇ ਜੋ ਐਲਡੋਲ ਕੰਡੈਂਸੇਸ਼ਨ ਹੈ ਰਿਕੁਆਇਰਸ द प्रेजेंस ऑफ है ना एल्डोल कंडेंसेशन ਦੇ ਲਈ ਤੁਹਾਡੇ ਕੋਲ ਅਲਫਾ ਹਾਈਡਰੋਜਨ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਦੇਖੋ अल्फा कार्बन ਤੇ ਅਗਰ ਹਾਈਡਰੋਜਨ ਪ੍ਰੈਜ਼ੈਂਟ ਹੋਏਗਾ ਫਿਰ ਹੀ ਐਲਡੋਲ ਰਿਐਕਸ਼ਨ ਪ੍ਰੋਸੀਡ ਹੋ ਸਕਦੀ ਹੈ ਵਿਦਆਊਟ ਅਲਫਾ ਹਾਈਡਰੋਜਨਸ ਆਪਣੀ ਰਿਐਕਸ਼ਨ ਪ੍ਰੋਸੀਡ ਹੀ ਨਹੀਂ ਹੋਏਗੀ ਐਲਡੋਲ ਰਿਐਕਸ਼ਨ ਉੱਥੇ ਕਿਹੜੀ ਰਿਐਕਸ਼ਨ ਹੁੰਦੀ ਹੈ ਮੈਂ ਬਾਰ-ਬਾਰ ਕਹਿ ਰਿਹਾ ਕੈਨਿਜ਼ਾਰੋ ਹੁੰਦੀ ਹੈ ਇਹ ਚੀਜ਼ ਦਾ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ क्वेश्चन नंबर 28 ਕਹਿੰਦੇ ਵਿਚ ਆਫ ਦਾ ਫॉलोइंग ਰਿਐਕਸ਼ਨ ਗਿਵਸ ਦੇਖੋ ਤੇ ਮੀਥੇਨ ਨਹੀਂ ਆਣਾ ਤੇ ਨਾ ਅਮੋਨੀਆ ਲਿਖੋ ठीक है अमोनिया ऑन हॉफमैन ब्रोमामाइड डिग्रेडेशन तो केड़ी रिएक्शन देगी देखो एक कार्बन घटाना है जो आ वाला CO ग्रुप घटा दोगे तो इत्थे की मिलेगा थोड़े कोल मीथेन अमाइन सेकंड रिएक्शन करोगे तो आ CO ग्रुप निकाल दो कि बच जाएगा अमोनिया तो आही आंसर आना है नेक्स्ट देखो CO निकाल दोगे तो इत्थे की बन जाएगा इथेन अमाइन बन जाएगा है ना और ਇੱਥੋਂ ਤੁਸੀਂ ਜਦੋਂ ਆ ਤਾਂ ਆਲਰੇਡੀ ਹੈ ਤੇ ਇੱਥੇ ਤਾਂ ਰਿਐਕਸ਼ਨ ਹੌਫਮੈਨ ਬ੍ਰੋਮਾਮਾਈਡ ਰਿਐਕਸ਼ਨ ਹੋਏਗੀ ਨਹੀਂ ਹੈ ਨਾ ਤਾਂ ਆਪਣੇ ਕੋਲ ਇੱਥੇ ਨਾ ਮਿਸਟੇਕ ਹੋ ਗਈ ਟਾਈਪਿੰਗ ਮੀਥੇਨ ਦੀ ਜਗ੍ਹਾ ਕੀ ਆਣਾ ਸੀ ਇੱਥੇ ਅਮੋਨੀਆ ਆਣਾ ਸੀ ਨੈਕਸਟ ਕਹਿੰਦੇ ਫਰੀਡਲ ਕਰਾਫਟ ਰਿਐਕਸ਼ਨ ਜੋ ਹੈ ਜਨਰਲੀ ਨਾਟ ਸ਼ੋਨ ਬਾਈ ਦੇਖੋ ਫਰੀਡਲ ਕਰਾਫਟ ਰਿਐਕਸ਼ਨ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਹੈ that is an example of your electrophilic substitution reaction ਤਾਂ ਇੱਥੇ ਜੋ ਬੈਂਜ਼ੀਨ ਹੈ ਨਾ ਉਹ ਕਿੱਦਾਂ ਐਕਟ ਕਰਦਾ ਹੈ ਐਕਟ ਐਜ਼ ਇਲੈਕਟ੍ਰੋਨ ਰਿਚ ਸਪੀਸੀਜ਼
ਨਿਊਕਲੀਓਫਾਈਲ ਦੀ ਕੰਮ ਕਰਦਾ ਹੈ। ਤਾਂ ਅਗਰ ਬੈਂਜ਼ੀਨ ਤੁਹਾਡੇ ਕੋਲ ਇਲੈਕਟ੍ਰੋਨ ਡੈਂਸਿਟੀ ਜ਼ਿਆਦਾ ਹੋਏਗੀ ਤਾਂ ਹੀ ਉਹ ਫਰੀਡਲ ਕਰਾਫਟ ਰਿਐਕਸ਼ਨ 'ਚ ਪਾਰਟਿਸਿਪੇਟ ਕਰੇਗਾ। ਦੇਖੋ ਹੁਣ ਬੈਂਜ਼ੀਨ ਹੈ, ਟੋਲੂਇਨ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਪ੍ਰੈਜ਼ੈਂਟ ਹੈ, ਜ਼ਾਈਲੀਨ ਦੇ ਵਿੱਚ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਪ੍ਰੈਜ਼ੈਂਟ ਨੇ। ਤਾਂ ਜਿੰਨੇ ਜ਼ਿਆਦਾ ਇਲੈਕਟ੍ਰੋਨ ਡੈਂਸਿਟੀ ਵਧੇਗੀ ਓਨਾ ਈਜ਼ੀਲੀ ਉਹ ਨਿਊਕਲੀਓਫਾਈਲ ਦੀ ਤਰ੍ਹਾਂ ਐਕਟ ਕਰੇਗਾ ਔਰ ਓਨੀ ਹੀ ਫਾਸਟ ਤੁਹਾਡੀ ਫਰੀਡਲ ਕਰਾਫਟ ਰਿਐਕਸ਼ਨ ਹੋਏਗੀ। ਪਰ ਦੇਖੋ ਨਾਈਟ੍ਰੋਬੈਂਜ਼ੀਨ ਹੈ, ਤਾਂ ਨਾਈਟ੍ਰੋਬੈਂਜ਼ੀਨ ਕੀ ਕਰੇਗਾ, ਇਲੈਕਟ੍ਰੋਨ ਨੂੰ ਆਪਣੀ ਤਰਫ ਖਿੱਚੇਗਾ, दैट इज एन इलेक्ट्रॉन विदड्रॉइंग ग्रुप। ਤਾਂ ਇਹ ਕੀ ਕਰੇਗਾ, ਇਲੈਕਟ੍ਰੋਨ ਡੈਂਸਿਟੀ ਨੂੰ ਡਿਕਰੀਜ਼ ਕਰੇਗਾ। ਇਲੈਕਟ੍ਰੋਨ ਡੈਂਸਿਟੀ ਕੀ ਕਰੇਗਾ, ਡਿਕਰੀਜ਼। ਔਰ ਅਗਰ ਇਲੈਕਟ੍ਰੋਨ ਡੈਂਸਿਟੀ ਘਟ ਰਹੀ ਹੈ ਤਾਂ ਰੇਟ ਆਫ ਫਰੀਡਲ ਕਰਾਫਟ ਰਿਐਕਸ਼ਨ ਘਟੇਗਾ, ਕਿਉਂਕਿ ਆਪਣੇ ਕੋਲੇ ਬੇਸਿਕਲੀ ਇੱਥੇ ਰਿਐਕਸ਼ਨ ਕਾਦੇ ਉੱਪਰ ਡਿਪੈਂਡ ਕਰੀ, ਕੌਣ ਕਿੰਨਾ ਜ਼ਿਆਦਾ ਫਾਸਟ ਰਿਐਕਟ ਕਰੇਗਾ। ਤਾਂ ਬੈਂਜ਼ੀਨ ਕੋਲ ਅਗਰ ਇਲੈਕਟ੍ਰੋਨ ਡੈਂਸਿਟੀ ਘੱਟ ਹੋਏਗੀ ਤਾਂ ਇਲੈਕਟ੍ਰੋਫਾਈਲ ਨੂੰ ਅਟੈਕ ਕਰਨ ਚ ਵੀ ਕੀ ਲੱਗੇਗਾ, ਟਾਈਮ ਲੱਗੇਗਾ। ਸੋ दैट इज वाई ਇੱਥੇ ਰਿਐਕਸ਼ਨ ਜੋ ਹੋਏਗੀ ਉਹ ਨਾਈਟ੍ਰੋਬੈਂਜ਼ੀਨ ਦੇ ਨਾਲ ਬਹੁਤ ਹੀ ਸਲੋ ਹੋਏਗੀ। ਨੈਕਸਟ ਕਹਿੰਦੇ ਵੁਡਸ ਰਿਐਕਸ਼ਨ प्रोडक्ट obtained from CH3Br। तो इथों ਕਿਹੜਾ ਪ੍ਰੋਡਕਟ ਬਣੇਗਾ, ਦੇਖੋ CH3Br ਜੇ ਤੁਹਾਡੇ ਕੋਲ 2 ਮੋਲਸ ਆਪਾਂ ਸੋਡੀਅਮ ਦੇ ਨਾਲ ਦੀ ਰਿਐਕਸ਼ਨ ਕਰਵਾਵਾਂਗੇ ਤਾਂ ਆਪਣੇ ਕੋਲ ਕਿਹੜਾ ਪ੍ਰੋਡਕਟ ਉੱਥੇ ਮਿਲੇਗਾ, ਤੁਹਾਡੇ ਕੋਲੇ ਇਥੇਨ ਦੀ ਫਾਰਮੇਸ਼ਨ ਹੋਏਗੀ ਔਰ ਆਪਣੇ ਕੋਲੇ NaBr ਕੀ ਹੋ ਜਾਏਗਾ, ਤੁਹਾਡਾ ਬਾਹਰ ਹੋ ਜਾਏਗਾ। ਤੇ ਪ੍ਰੋਡਕਟ ਕੀ ਬਣੇਗਾ, ਇਥੇਨ ਬਣੇਗਾ। ਆਈ ਹੋਪ ਕਿ ਜੋ ਤੁਹਾਡੇ ਕੁਐਸਚਨ ਸੀ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਕਿਤੇ ਵੀ ਕੋਈ ਕੁਐਸਚਨ ਦੇ ਵਿੱਚ ਡਾਊਟ ਹੈ ਤਾਂ ਤੁਸੀਂ ਕਮੈਂਟ ਸੈਸ਼ਨ ਦੇ ਵਿੱਚ ਆਪਣਾ ਡਾਊਟ ਲਿਖ ਸਕਦੇ ਹੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ, ਲਾਈਕ ਜ਼ਰੂਰ ਕਰਿਓ ਔਰ ਕਮੈਂਟ ਕਰਕੇ ਦੱਸਿਓ ਕੰਟੈਂਟ ਕਿਦਾਂ ਦਾ ਲੱਗਿਆ। ਇਸ ਦਾ ਸੋਲੂਸ਼ਨ ਦਾ ਜੋ PDF ਹੈ ਉਹ ਮੇਰੇ ਟੈਲੀਗ੍ਰਾਮ ਚੈਨਲ ਜੋ ਕਿ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ, ਠੀਕ ਹੈ, ਉਹਦੇ ਵਿੱਚ ਤੁਹਾਨੂੰ ਅਵੇਲੇਬਲ ਹੋ ਜਾਏਗਾ। ਚੈਨਲ ਨੂੰ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਜ਼ਰੂਰ ਕਰ ਲਿਓ, ਕਿਉਂਕਿ ਉੱਥੇ ਹੀ ਆਪਾਂ ਆਪਣੇ ਜੋ ਵੀ ਨੋਟਸ ਨੇ, ਅਸਾਈਨਮੈਂਟਸ ਹੈ, ਕੁਐਸਚਨਸ ਹੈ, ਉੱਥੇ ਆਪਾਂ ਸ਼ੇਅਰ ਕਰਦੇ ਰਹਿੰਦੇ ਹਾਂ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਿਓ ਤਾਂ ਕਿ ਜਦੋਂ ਹੀ ਕੋਈ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਸ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਜਾਏ। ਇਸੇ ਤਰ੍ਹਾਂ ਤਿਆਰੀ ਕਰਦੇ ਰਹੋ, ਆਪਣਾ ਸੁਪਨਾ ਸਾਕਾਰ ਕਰੋ। ਸਟੇ ਬlesed, stay tuned, happy learning।